ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਤ ਪਾਲੇ ਉਪਦੇਸ਼। ਨੰਦ ਸਿੰਘ ਸੰਗ ਨੰਦ ਸੁਨ ਇਹ ਮਗ ਲਖ ਦਰਵੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਮੂਹ ਸੰਗਤਾਂ ਬਹੁਤ ਵੱਡੇ ਭਾਗਾਂ ਵਾਲੇ ਹੋ ਕਿ ਰੋਜ਼ ਹੀ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ। ਇਹ ਕਥਾ ਦਾ ਬਹੁਤ ਵੱਡਾ ਮਹਾਤਮ ਖਾਲਸਾ ਜੀਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਫਰਮਾਨ ਕੀਤਾ ਹੈ, ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ। ਸੱਚਖੰਡ ਵਿੱਚ ਬੈਠ ਕੇ, ਇਹ ਸਾਧ ਸੰਗਤ 'ਚ ਬੈਠ ਕੇ, ਜਾਂ ਕਈ ਰੱਬ ਦੇ ਪਿਆਰੇ ਚਲੋ ਸਮਾਜ ਵਿੱਚ ਕਰੋਨਾ ਨਾਮ ਦੀ ਬਿਮਾਰੀ ਕਰਕੇ ਆਪਣੇ ਘਰਾਂ ਵਿੱਚ ਬੈਠ ਕੇ ਵੀ ਕਥਾ ਸੁਣ ਰਹੇ ਹਨ। ਤੇ ਜਿੱਥੇ ਜਿੱਥੇ ਕੋਈ ਸੁਰਤੀ ਜੋੜ ਕੇ ਕਥਾ ਸੁਣਦਾ ਹੈ ਨਾ, ਉਹਦਾ ਕਿਤਨਾ ਮਹਾਤਮ ਹੈ। ਗੁਰਬਾਣੀ ਵਿੱਚ ਵੀ ਕਈ ਥਾਵਾਂ ਤੇ ਜ਼ਿਕਰ ਹੈ, ਸੁਣ ਹਰ ਕਥਾ ਉਤਾਰੀ ਮੈਲ। ਰੱਬ ਦੀ ਕਥਾ ਸੁਣ ਕੇ ਜਿਹੜੇ ਮਨ ਦੀ ਮੈਲ ਉਤਰ ਜਾਂਦੀ ਹੈ ਖਾਲਸਾ ਜੀ। ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ, ਉਹ ਮੈਲ ਵੀ ਉਤਰ ਜਾਂਦੀ ਹੈ। ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ। ਕੋਈ ਰੱਬ ਦਾ ਪਿਆਰਾ ਸ਼ਰਧਾ ਨਾਲ, ਸਤਿਕਾਰ ਨਾਲ ਗੁਰੂ ਪਾਤਸ਼ਾਹ ਦੀ ਕਥਾ ਸੁਣੇਗਾ, ਕਰੇਗਾ, ਉਹਦੇ ਨੇੜੇ ਦੁੱਖ ਪਾਪ ਨਹੀਂ ਆਉਂਦੇ। ਤੁਸੀਂ ਕਹੋਗੇ ਜੀ ਆਉਂਦੇ ਹਨ, ਪਰ ਜੇ ਸ਼ਰਧਾ ਹੋਵੇਗੀ ਫਿਰ ਨਹੀਂ ਆਉਣਗੇ। ਫਿਰ ਪਾਤਸ਼ਾਹ ਬਖਸ਼ਿਸ਼ ਕਰਨਗੇ, ਫਿਰ ਮਹਾਰਾਜ ਰੋਜ਼ ਹਾਜ਼ਰੀ ਭਰਵਾਉਣਗੇ। ਖਾਲਸਾ ਜੀ, ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਬਣੀ ਰਵੇ ਆਪਣੀਆਂ ਸੰਗਤਾਂ ਤੇ ਆਪਣੇ ਪਿਆਰਿਆਂ ਉੱਤੇ। ਇਹ ਕਥਾ ਦਾ ਮਹਾਤਮ ਖਾਲਸਾ ਜੀਓ ਸਾਡੇ ਹਿਰਦੇ ਵਿੱਚ ਵਸੇ। ਅਸੀਂ ਜੋ ਬੋਲਣਾ ਹੈ, ਜੋ ਸੁਣਨਾ ਹੈ, ਉਹ ਸਾਡੇ ਜੀਵਨ ਦਾ ਆਧਾਰ ਬਣੇ। ਤੇ ਜੀਵਨ ਵਿੱਚ ਨਹੀਂ ਵਸਿਆ ਤੇ ਖਾਲਸਾ ਜੀਓ ਫਿਰ ਤਾਂ ਉਹ ਗੱਲ ਬਣ ਗਈ, ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਕਿ ਇਹ ਬੰਦਿਆ ਸੁਣ ਰੱਬ ਦੀ ਕਥਾ ਨੂੰ, ਸੁਣ ਕੇ ਹਿਰਦੇ ਵਿੱਚ ਵਸਾ ਤੇ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪ੍ਰਾਪਤ ਕਰ। ਰੱਬ ਦਾ ਸਿਮਰਨ ਕਰ, ਸੰਗਤ ਕਰ, ਸੇਵਾ ਕਰ। ਇਸ ਤਰ੍ਹਾਂ ਦੀ ਭਾਵਨਾ ਆਪਣੇ ਮਨ ਵਿੱਚ ਧਾਰੀਏ। ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਭਾਈ ਆਨੰਦ ਸਿੰਘ ਨੂੰ ਮਹਾਰਾਜ ਸਿੱਖਿਆ ਦੇ ਰਹੇ ਹਨ ਕਿ ਇਹ ਆਨੰਦ ਸਿੰਘ, ਜੇ ਗ੍ਰਸਤੀ ਬਣਨਾ ਹੈ ਤਾਂ ਐਵੇਂ ਦਾ ਬਣੀ। ਜੇ ਬਿਹੰਗਮ ਕਹਿੰਦੇ ਜਿਹੜੇ ਵਿਆਹ ਨਹੀਂ ਕਰਾਉਂਦੇ ਖਾਲਸਾ ਜੀ, ਜਾਂ ਉਹ ਜਿਹੜੇ ਵਿਆਹ ਕਰਾ ਕੇ ਜਿਨ੍ਹਾਂ ਦੇ ਮਨ ਵਿੱਚ ਬੈਰਾਗ ਆ ਜਾਵੇ ਤੇ ਘਰ-ਬਾਰ ਛੱਡ ਕੇ ਨਿਰਲੇਪ ਹੋ ਜਾਣ, ਉਹਨੂੰ ਕਹਿੰਦੇ ਬਿਹੰਗਮ ਸਾਧੂ ਬਿਰਕਤ ਮਹਾਤਮਾ। ਜਿਹਦਾ ਕਿਸੇ ਨਾਲ ਲਗਾਵ ਨਹੀਂ, ਉਹਨੂੰ ਕਹਿੰਦੇ ਬਿਰਕਤ। ਮੋਹ ਆਦਿਕ ਤੋਂ ਦੂਰ ਰਹਿਣਾ। ਗੁਰੂ ਪਾਤਸ਼ਾਹ ਨੇ ਸਾਖੀ ਸੁਣਾਈ, ਸੁਣ ਭਾਈ ਆਨੰਦ ਸਿੰਘ। ਇੱਕ ਜੰਗਲ ਵਿੱਚ ਮਹਾਤਮਾ ਪੁਰਸ਼ ਰਹਿੰਦੇ ਹਨ। ਨਾਲ ਹੀ ਇੱਕ ਛੋਟੀ ਜਿਹੀ ਕਹਿ ਲਓ ਨਗਰੀ ਹੈ, ਪੁਰੀ ਹੈ, ਪਿੰਡ ਹੈ। ਤੇ ਮਹਾਤਮਾ ਪੁਰਸ਼ ਝੁੱਗੀ ਵਿੱਚ ਰਹਿੰਦੇ ਰੱਬ ਦਾ ਭਜਨ ਕਰੀ ਜਾਂਦੇ ਹਨ।
ਜਦੋਂ ਸਮਾਂ ਮਿਲਦਾ ਹੈ ਕੋਈ ਮਹਾਤਮਾ ਉਹਨੂੰ ਕੁਝ ਦੇ ਦਿੰਦਾ ਹੈ ਤੇ ਮਹਾਤਮਾ ਛਕ ਲੈਂਦੇ ਹਨ। ਨਹੀਂ ਤਾਂ ਮਹਾਤਮਾ ਮਹਾਂਪੁਰਸ਼ ਰੱਬ ਦੇ ਭਾਣੇ ਵਿੱਚ ਰਹਿ ਕੇ ਰੱਬ ਦਾ ਭਜਨ ਕਰੀ ਜਾਂਦੇ ਹਨ। ਇੱਕ ਦਿਨ ਲਗਾਤਾਰ 7 ਦਿਨ ਬਤੀਤ ਹੋ ਗਏ, ਮਹਾਂਪੁਰਸ਼ ਸਮਾਧੀ ਲਗਾ ਕੇ ਬੈਠੇ ਰੱਬ ਦਾ ਭਜਨ ਕਰਦੇ ਰਹੇ ਤੇ ਕੋਈ ਵੀ ਬੰਦਾ ਉਹਨਾਂ ਕੋਲ ਲੰਗਰ ਪ੍ਰਸ਼ਾਦਾ ਦੇਣ ਵਾਸਤੇ ਆਇਆ ਹੀ ਨਹੀਂ ਖਾਲਸਾ ਜੀਓ। ਤੇ 7 ਦਿਨਾਂ ਬਾਅਦ ਮਹਾਤਮਾ ਨੇ ਸੋਚਿਆ ਵੀ ਕੋਈ ਨਹੀਂ ਆਇਆ, ਰੱਬ ਨੇ ਹੱਥ ਪੈਰ ਦਿੱਤੇ ਹਨ, ਪਰਮਾਤਮਾ ਵੀ ਇਹੀ ਕਹਿੰਦਾ ਭਾਈ ਵਿਹਲਾ ਬਹਿ ਕੇ ਨਹੀਂ ਖਾਈਦਾ, ਮੰਗ ਕੇ ਛਕ ਲਓ। ਜੇ ਕੋਈ ਨਹੀਂ ਆ ਰਿਹਾ ਤਾਂ ਉੱਠ ਕੇ ਨਗਰ ਵਿੱਚ ਜਾ ਕੇ ਉੱਥੋਂ ਮੰਗ ਲਈਏ, ਛਕ ਲਈਏ। ਤੇ ਮਹਾਤਮਾ ਜੀ ਇਹ ਸੋਚ ਕੇ ਪੂਰੀ ਤਿਆਰੀ ਕਰਕੇ ਵੀ ਇਹ ਮਰਿਆਦਾ ਹੈ, ਕਿਸੇ ਗ੍ਰਸਤੀ ਦੇ ਘਰ ਜਾਣਾ ਹੈ ਤੇ ਪੂਰਾ ਲਿਬਾਸ ਪਾ ਕੇ ਜਾਣਾ ਹੈ, ਤਿਆਰ ਬਰ ਤਿਆਰ ਹੋ ਕੇ ਜਾਣਾ। ਕੋਈ ਬੈਰਾਗੀ ਹੈ, ਬੈਰਾਗੀ ਦਾ ਲਿਬਾਸ ਧਾਰਨ ਕਰਕੇ ਜਾਵੇ, ਕੋਈ ਬਿਰਕਤ ਹੈ ਉਹ ਲਿਬਾਸ ਧਾਰਨ ਕਰਕੇ ਜਾਵੇ, ਕੋਈ ਸੰਨਿਆਸੀ ਹੈ ਤੇ ਸੰਨਿਆਸੀ ਦਾ ਲਿਬਾਸ ਧਾਰਨ ਕਰਕੇ ਜਾਵੇ। ਮਹਾਤਮਾ ਜੀ ਆਪਣਾ ਲਿਬਾਸ ਧਾਰਨ ਕਰਕੇ ਖਾਲਸਾ ਤੁਰ ਪਏ। ਫਿਰ ਜਾਣਾ ਵੀ ਉਹਦੇ ਘਰ ਜਿਹੜਾ ਖਾਲਸਾ ਚੰਗਾ ਬਿਰਤੀ ਵਾਲਾ ਹੋਵੇ, ਸੰਤੋਖੀ ਬਿਰਤੀ ਵਾਲਾ ਹੋਵੇ, ਜਿਹੜਾ ਬੰਦਗੀ ਵਾਲਾ ਹੋਵੇ, ਉਹਦੇ ਘਰ ਮੰਗਣਾ ਹੈ। ਤੇ ਇਸ ਤਰ੍ਹਾਂ ਮਹਾਤਮਾ ਜੀ ਮੰਗਣ ਲਈ ਚਲੇ ਗਏ। ਇੱਕ ਸ਼ਾਹੂਕਾਰ ਦੇ ਘਰ ਉੱਥੇ ਬਹੁਤ ਵੱਡਾ ਭੰਡਾਰਾ ਹੋ ਰਿਹਾ ਸੀ, ਮਹਾਨ ਜਗ ਤੋਂ ਬਾਅਦ ਭੰਡਾਰਾ ਹੋਇਆ, ਪ੍ਰਸ਼ਾਦਾ ਵਰਤਿਆ ਜਾ ਰਿਹਾ ਹੈ ਤੇ ਉਹਦੇ ਬੰਦੇ ਸਭ ਨੂੰ ਫੜ ਫੜ ਕੇ ਪ੍ਰਸ਼ਾਦਾ ਛਕਾ ਰਹੇ ਹਨ। ਇਹ ਮਹਾਂਪੁਰਸ਼ ਦੂਰ ਹੀ ਕੋਨੇ ਤੇ ਖੜੇ ਰਹੇ, ਰੱਬ ਦਾ ਭਜਨ ਕਰਦੇ ਰਹੇ, ਪਰ ਇਹਨਾਂ ਨੂੰ ਕਿਸੇ ਨੇ ਆਵਾਜ਼ ਵੀ ਨਹੀਂ ਮਾਰੀ। ਇਹ ਸੋਚਣ ਲੱਗੇ ਜੇ ਕੋਈ ਬੁਲਾਵੇਗਾ ਤਾਂ ਹੀ ਜਾਵਾਂਗੇ, ਐਵੇਂ ਨਹੀਂ ਜਾਣਾ। ਤੇ ਮਹਾਂਪੁਰਸ਼ ਰੱਬ ਦੇ ਪਿਆਰੇ ਸੰਤੋਖੀ ਬਿਰਤੀ ਵਾਲੇ ਖੜੇ ਰਹੇ। ਸਾਰਾ ਦਿਨ ਬਤੀਤ ਹੋ ਗਿਆ, ਸੰਧਿਆ ਪੈ ਗਈ ਤੇ ਮਹਾਂਪੁਰਸ਼ ਵਾਪਸ ਆਪਣੀ ਕੁਟੀਆਂ ਵੱਲ ਆ ਗਏ ਵੀ ਜੇ ਨਹੀਂ ਰੱਬ ਨੇ ਦਿੱਤਾ ਤੇ ਕੋਈ ਗੱਲ ਨਹੀਂ। ਇਸੇ ਤਰ੍ਹਾਂ ਰਾਤ ਨੂੰ ਭੁੱਖੇ ਭਾਣੇ ਸੋ ਗਏ। ਲਗਭਗ 7-8 ਦਿਨ ਹੋ ਗਏ, ਕੁਛ ਨਹੀਂ ਛਕਿਆ। ਫਿਰ ਵੀ ਇਹਨਾਂ ਦੇ ਮਨ 'ਚ ਕੋਈ ਗੁੱਸਾ ਨਹੀਂ ਆਇਆ, ਕਿਸੇ ਪ੍ਰਤੀ ਉਲਾਂਭਾ ਨਹੀਂ ਆਇਆ। ਖਾਲਸਾ ਜੀ ਅੱਧੀ ਰਾਤ ਨੂੰ 2 ਦੂਤ ਖਾਲਸਾ ਜੀਓ ਇਹਨਾਂ ਦੇ ਕੋਲ ਆਏ, ਆਵਾਜ਼ ਮਾਰੀ, ਉਠੋ ਮਹਾਤਮਾ ਜੀ, ਦੱਸੋ ਕਿਹੜਾ ਘਰ ਹੈ, ਉਹ ਕਿਹੜੇ ਸ਼ਾਹੂਕਾਰ ਦਾ ਘਰ ਹੈ, ਉਹਦਾ ਘਰ ਸਾੜ ਦਈਏ, ਉਹਦਾ ਘਰ ਤਬਾਹ ਕਰ ਦਈਏ। ਜਿਨ੍ਹਾਂ ਨੇ ਤੁਹਾਨੂੰ ਪ੍ਰਸ਼ਾਦਾ ਨਹੀਂ ਪੁੱਛਿਆ, ਤੁਹਾਡੀ ਸੇਵਾ ਨਹੀਂ ਕੀਤੀ, ਦੱਸੋ ਉਹਨੂੰ ਤਬਾਹ ਕਰ ਦਈਏ। ਮਹਾਂਪੁਰਸ਼ ਕਹਿਣ ਲੱਗੇ ਜੀ ਆਇਆਂ ਨੂੰ, ਤੁਸੀਂ ਆਓ ਭਾਈ, ਇਸ ਤਰ੍ਹਾਂ ਕਰੋ, ਇੱਕ ਮਸ਼ਾਲ ਮੰਨੋ ਵੀ ਦੇ ਦਿਓ, ਮੈਂ ਵੀ ਤੁਹਾਡੇ ਨਾਲ ਜਾ ਕੇ ਉਹਦਾ ਘਰ ਸਾੜਦਾ। ਤੇ ਇੱਕ ਦੂਤ ਨੇ ਮਸ਼ਾਲ ਸਾਧੂ ਦੇ ਹੱਥ 'ਚ ਪਕੜਾਈ ਤੇ ਸਾਧੂ ਉਹ ਮਸ਼ਾਲ ਪਕੜ ਕੇ ਉਹਨਾਂ ਦੂਤਾਂ ਨੂੰ ਸਾੜਨ ਲੱਗਾ। ਕਹਿੰਦਾ ਭਾਈ ਇਸ ਤਰ੍ਹਾਂ ਨਹੀਂ ਕਰੀਦਾ, ਸਭਨਾਂ ਨੂੰ ਦੇਣ ਵਾਲਾ ਦਾਤਾ ਪਰਮਾਤਮਾ ਹੈ। ਜੇ ਪਰਮਾਤਮਾ ਕਿਸੇ ਨੂੰ ਪ੍ਰੇਰਦਾ ਹੈ ਨਾ ਤੇ ਦੇਣ ਵਾਲਾ ਵੀ ਜਿਹੜਾ ਦਾਨੀ ਹੈ ਉਹ ਰੱਬ ਦੇ ਹੁਕਮ ਅਨੁਸਾਰ ਚੱਲਦਾ ਹੈ। ਸ਼ਾਹੂਕਾਰ ਦਾ ਕੀ ਕਸੂਰ ਹੈ, ਉਹ ਤਾਂ ਦਾਤਾ ਬਣਿਆ ਹੋਇਆ ਹੈ, ਪਰ ਅਸਲ ਦਾਤਾ ਪਰਮਾਤਮਾ ਹੈ। ਜੇ ਰੱਬ ਨੇ ਨਹੀਂ ਦਿੱਤਾ ਤੇ ਕੋਈ ਗੱਲ ਨਹੀਂ ਭਾਈ, ਰੱਬ ਦਾ ਭਾਣਾ ਹੈ, ਰੱਬ ਦਾ ਸ਼ੁਕਰ ਹੈ, ਤੁਸੀਂ ਐਵੇਂ ਘਬਰਾਓ ਨਾ, ਬਸ ਰੱਬ ਦਾ ਸ਼ੁਕਰ ਕਰੀਏ। ਇਸ ਤਰ੍ਹਾਂ ਖਾਲਸਾ ਜੀ ਉਹ ਦੋਵੇਂ ਦੂਤ ਵਾਪਸ ਚਲੇ ਗਏ ਤੇ ਜਾ ਕੇ ਮਹਾਰਾਜ ਪਰਮਾਤਮਾ ਨੂੰ ਕਹਿਣ ਲੱਗੇ, ਰੱਬ ਜੀ ਉਹ ਮਹਾਂਪੁਰਸ਼ ਤਾਂ ਬਹੁਤ ਸੰਤੋਖੀ ਬਿਰਤੀ ਵਾਲੇ ਹਨ, ਉਹ ਤਾਂ ਕਿਸੇ ਦੇ ਘਰ ਮੰਗਣ ਵੀ ਜਾਂਦੇ ਤੇ ਇੱਕ ਆਵਾਜ਼ ਲਗਾਉਂਦੇ, ਦੂਜੀ ਆਵਾਜ਼ ਵੀ ਨਹੀਂ ਲਗਾਉਂਦੇ। ਜੇ ਮਿਲ ਜਾਵੇ ਤਾਂ ਛਕ ਲੈਂਦੇ, ਨਹੀਂ ਤਾਂ ਵਾਹ ਭਲਾ ਰੱਬ ਦਾ ਭਜਨ ਕਰਦੇ ਰਹਿੰਦੇ। ਪਰਮਾਤਮਾ ਨੇ ਸੋਚਿਆ ਵੀ ਐਸਾ ਪੁਰਸ਼ ਇਹ ਤਾਂ ਸੱਚਖੰਡ ਆਉਣਾ ਚਾਹੀਦਾ ਹੈ ਤੇ ਉਸੇ ਵੇਲੇ ਵਿਵਾਨ ਭੇਜਿਆ ਉਹਨਾਂ ਮਹਾਂਪੁਰਸ਼ਾਂ ਲਈ। ਉਹ ਮਹਾਂਪੁਰਸ਼ ਸੱਚਖੰਡ ਪਹੁੰਚ ਗਏ ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸੁਣ ਐ ਭਾਈ ਆਨੰਦ ਸਿੰਘ, ਜੇ ਬਰਕਤ ਬਣਨਾ ਹੀ ਤਾਂ ਇਸ ਤਰ੍ਹਾਂ ਦਾ ਬਣੀ। ਐਸਾ ਮਹਾਤਮਾ ਪੁਰਸ਼ ਹੋਵੇ, ਕਿਸੇ ਪ੍ਰਤੀ ਗਿੱਲਾ ਨਹੀਂ ਕਰਨਾ, ਕੋਈ ਸ਼ੋਕ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਕੋਈ ਦੇ ਦੇਵੇ ਭਲਾ, ਨਾ ਦੇ ਦੇਵੇ ਤਾਂ ਵੀ ਭਲਾ ਕਰਨਾ ਹੈ। ਬਸ
ਰੱਬ ਦਾ ਭਜਨ ਕਰੀ ਜਾਣਾ। ਇਸ ਤਰ੍ਹਾਂ ਇਹ ਬਰਕਤ ਮਹਾਤਮਾ ਬਣਨਾ ਹੈ। ਜੇ ਇਹ ਬਣੀ, ਨਹੀਂ ਤਾਂ ਫਿਰ ਗ੍ਰਸਤੀ ਬਣਨਾ ਹੈ। ਅੱਜ ਉਹਦੇ ਬਾਰੇ ਮਹਾਰਾਜ ਫਰਮਾਨ ਕਰਦੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਤ ਭਲੇ ਉਪਦੇਸ਼। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਦੇ ਭਲੇ ਪਰਥਾਏ ਉਸ ਭਾਈ ਆਨੰਦ ਸਿੰਘ ਨੂੰ, ਜਿਹੜਾ ਗੁਰੂ ਕਾ ਪਿਆਰਾ ਹੈ, ਉਹਨੂੰ ਮਹਾਰਾਜ ਭਲਾ ਉਪਦੇਸ਼ ਦੇ ਰਹੇ ਹਨ। ਨੰਦ ਸਿੰਘ ਸੰਗ ਨੰਦ ਸੁਣ ਇਹ ਮਗ ਲਖ ਦਰਵੇਸ਼। ਸਤਿਗੁਰੂ ਮਹਾਰਾਜ ਭਾਈ ਆਨੰਦ ਸਿੰਘ ਨੂੰ ਕਹਿਣਗੇ, ਸੁਣ ਭਾਈ ਆਨੰਦ ਸਿੰਘ, ਸਾਡਾ ਉਪਦੇਸ਼ ਸੁਣ, ਚੰਗੀ ਤਰ੍ਹਾਂ ਕੰਨ ਖੋਲ ਕੇ ਸੁਣ। ਅਸਲ ਮਰਿਆਦਾ ਇਹ ਹੈ, ਚੌਪਈ ਬਿਰਕਤ ਹੋਣ ਕੀ ਚਿਤ ਮਹਿ ਤੋਰੇ। ਤੇਰੇ ਮਨ ਵਿੱਚ ਬਿਰਕਤ ਕਹਿੰਦੇ ਸਾਧੂ ਮਹਾਤਮਾ ਬਣਨ ਦੀ, ਘਰ-ਬਾਰ ਛੱਡ ਕੇ ਜੰਗਲ ਵਿੱਚ ਰਹਿਣਾ, ਰੱਬ ਦਾ ਭਜਨ ਕਰਨਾ, ਜੇ ਇਹ ਬਣਨ ਦੀ ਇੱਛਾ ਹੈ ਤੋ ਇਮ ਬਨੋ ਨਾ ਕੋਈ ਬਹੋਰੇ। ਇਸ ਤਰ੍ਹਾਂ ਬਣੀ, ਕੋਈ ਦੂਜਾ ਮਹਾਤਮਾ ਨਾ ਬਣੀ, ਐਵੇਂ ਛਕਣ ਛਕਾਣ ਵਾਲਾ ਸਾਰਾ ਦਿਨ ਛਕੀ ਜਾਵੇ ਢਿੱਡ ਭਰ ਭਰ ਕੇ ਭੈੜੇ ਕੰਮ ਕਰੀ ਜਾਵੇ। ਨਾ, ਕੋਈ ਦੂਜਾ ਠੱਗੀ ਕਰਨ ਵਾਲਾ ਸਾਧੂ ਨਾ ਬਣੀ, ਛਲੀਆਂ ਨਾ ਬਣੀ, ਪੂਰਨ ਬਿਰਕਤ ਮਹਾਤਮਾ ਬਣੀ। ਗ੍ਰਸਤ ਪੰਥ ਦੂਸਰ ਲਖ ਲੀਜੈ। ਹੁਣ ਦੂਜਾ ਜਿਹੜਾ ਅਸਲ ਪੰਥ ਹੈ ਗ੍ਰਸਤ ਧਰਮ ਹੈ। ਗ੍ਰਸਤ ਧਰਮ ਬਾਰੇ ਜਾਣ, ਉਹ ਕੀ ਹੈ? ਜੇ ਕਰਬੋ ਹੋਏ ਸਕਲ ਸੁਨੀਜੈ। ਚੰਗੀ ਤਰ੍ਹਾਂ ਪਹਿਲਾਂ ਸੁਣ ਕੇ ਫਿਰ ਸੋਚੀ ਵੀ ਗ੍ਰਸਤੀ ਬਣਨਾ ਹੈ ਜਾਂ ਬਿਹੰਗਮ ਸਾਧੂ ਬਣਨਾ ਹੈ। ਸ੍ਰੀ ਮੁਖ ਵਾਕ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਆਨੰਦ ਸਿੰਘ, ਸਭ ਦੀ ਡੋਰੀ ਪ੍ਰਮਾਤਮਾ ਦੇ ਹੱਥ ਹੈ। ਨੱਕ ਨੱਥ ਖਸਮ ਹੱਥ, ਸਭ ਦੇ ਨੱਕ ਵਿੱਚ ਪ੍ਰਮਾਤਮਾ ਨੇ ਨਕੇਲ ਪਾਈ ਹੋਈ ਹੈ। ਉਹ ਡੋਰੀ ਰੱਬ ਦੇ ਹੱਥ ਹੈ, ਉਹ ਰੱਸੀ ਰੱਬ ਦੇ ਹੱਥ ਹੈ, ਖਸਮ ਹੱਥ ਰੱਬ ਦੇ ਹੱਥ ਹੈ। ਕਿਰਤ ਧੱਕੇ ਦੇ, ਰੱਬ ਸਭਨਾ ਦੇ ਕਿਰਤ ਅਨੁਸਾਰ ਸਭ ਨੂੰ ਸਾਰੇ ਪਾਸੇ ਧੱਕੇ ਦੇ ਰਿਹਾ। ਭਾਵ ਜਿੱਥੇ ਜਿੱਥੇ ਰੱਬ ਨੇ ਦਾਣੇ ਗੇਰੇ ਹੋਏ ਨਾ, ਉੱਥੇ ਸਾਰੀ ਦੁਨੀਆ ਦਾਣੇ ਚੁਗ ਰਹੀ ਹੈ। ਕੋਈ ਕਿੱਥੇ ਬੈਠ ਕੇ, ਕੋਈ ਕਿੱਥੇ ਬੈਠ ਕੇ, ਰੱਬ ਦੇਣ ਵਾਲਾ ਹੈ। ਫਿਕਰ ਨਾ ਕਰੀਏ, ਭਾਵੇਂ ਕੋਈ ਕਿਤਨੀ ਮਰਜ਼ੀ ਠੱਗੀਆਂ ਵੀ ਕਰ ਲਵੇ, ਕਿਤਨੇ ਛਲ ਕਪਟ ਵੀ ਕਰ ਲਵੇ, ਜੇ ਪ੍ਰਮਾਤਮਾ ਦੇਣ ਵਾਲਾ ਹੈ ਤੇ ਕੋਈ ਖੋ ਨਹੀਂ ਸਕਦਾ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਐ ਭਾਈ ਆਨੰਦ, ਜਿੱਥੇ ਦਾਣੇ ਉੱਥੇ ਚੁਗਣੇ ਹੀ ਪੈਣੇ ਹਨ। ਬਸ ਇਹ ਸੱਚ ਗੱਲ ਹੈ, ਗੁਰੂ ਪਾਤਸ਼ਾਹ ਦਾ ਬਚਨ ਹੈ। ਐ ਭਾਈ ਆਨੰਦ ਸਿੰਘ ਸੁਣ ਲੈ, ਜਿੱਥੇ ਦਾਣੇ ਰੱਬ ਨੇ ਗੇਰੇ ਹੋਏ ਨਾ, ਉੱਥੇ ਜਾ ਕੇ ਚੁਗਣੇ ਹੀ ਪੈਣੇ ਹਨ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਆਪ। ਖਾਲਸਾ ਜੀ, ਇਹ ਬਾਣੀ ਦੀ ਪੰਕਤੀ ਨਹੀਂ, ਪਰ ਇੱਥੇ ਕਵਿਤਾ ਵਿੱਚ ਪਾਤਸ਼ਾਹ ਨੇ ਜੋ ਉਚਾਰਨ ਕੀਤੀ ਹੈ ਕਿ ਪ੍ਰਮਾਤਮਾ ਆਪ ਹੀ ਪੱਟੀ ਬਣਿਆ ਹੋਇਆ ਹੈ। ਉਹ ਫੱਟੀ ਖਾਲਸਾ ਜੀ ਪਹਿਲਾਂ ਆਮ ਤਖਤੀ ਜੀ ਹੁੰਦੀ ਸੀ। ਅੱਜ ਵੀ ਕਈ ਸਕੂਲਾਂ ਵਿੱਚ, ਸਰਕਾਰੀ ਸਕੂਲਾਂ ਵਿੱਚ ਇਹ ਕਈ ਬੱਚੇ ਵਰਤਦੇ ਹਨ, ਪਰ ਬਹੁਤ ਘੱਟ ਹੋ ਗਈ ਹੈ। ਤੇ ਉਹ ਫੱਟੀ ਜਿਹਨੂੰ ਅੱਜ ਕੱਲ੍ਹ ਬਾਣੀ ਵਿੱਚ ਪੱਟੀ ਬਾਣੀ ਆਖਦੇ ਨਾ, ਪੱਟੀ ਬਾਣੀ ਉੱਥੋਂ ਹੀ ਬਣੀ ਹੈ, ਫੱਟੀ ਤੋਂ। ਤੇ ਇਹ ਭਾਈ ਆਨੰਦ ਸਿੰਘ ਧਿਆਨ ਨਾਲ ਸੁਣ, ਪਰਮਾਤਮਾ ਆਪ ਹੀ ਪੱਟੀ ਬਣਿਆ ਹੋਇਆ ਹੈ।
ਆਪੇ ਹੀ ਪ੍ਰਮਾਤਮਾ ਕਲਮ ਬਣਿਆ ਹੋਇਆ ਹੈ ਤੇ ਉੱਪਰ ਲਿਖਣ ਵਾਲਾ ਵੀ ਉਹ ਆਪ ਹੀ ਬਣਿਆ ਹੋਇਆ ਹੈ। ਦੂਜਾ ਹੋਏ ਤਾਂ ਆਖੀਐ ਸਭ ਘਟ ਰਹਿਆ ਬਿਆਪ। ਕੋਈ ਦੂਜਾ ਹੈ ਹੀ ਨਹੀਂ, ਦੂਜਾ ਕਿਹਨੂੰ ਆਖੀਏ? ਸਾਰੀ ਥਾਵਾਂ ਤੇ ਘਟ ਘਟ ਵਿੱਚ ਉਹ ਕਾਲ ਪੁਰਖ ਹੀ ਵਿਆਪਕ ਹੈ। ਜੋ ਪਏ ਸੁਨ ਸਿੱਖ ਸੁਤ ਸਤਿਗੁਰ ਕਹਿ ਤੈਸੇ। ਐ ਗੁਰੂ ਕੇ ਬੇਟੇ ਗੁਰਸਿੱਖਾ, ਤੂੰ ਵੀ ਗੁਰਸਿੱਖ ਹੈ, ਗੁਰੂ ਕੇ ਸਿੱਖ ਦਾ ਬੇਟਾ ਹੈ ਤੇ ਸੁਣ, ਤੈਨੂੰ ਇਸ ਤਰ੍ਹਾਂ ਸੁਣਾਉਂਦੇ ਹਾਂ। ਗ੍ਰਸਤੀ ਹੋਣ ਤਾਂ ਹੋਈਐ ਐਸੇ। ਜੇ ਗ੍ਰਸਤੀ ਬਣਨਾ ਹੀ ਤਾਂ ਇਸ ਤਰ੍ਹਾਂ ਦਾ ਬਣੇ। ਸਗਨ ਸ਼ਾਮ ਤਰ ਬਨ ਮਹਿ ਆਹਾ। ਤੇ ਹੁਣ ਮਹਾਰਾਜ ਇੱਕ ਖਾਲਸਾ ਕਬੂਤਰ ਅਤੇ ਕਬੂਤਰੀ ਦੀ ਵਾਰਤਾ ਸੁਣਾਉਣ ਲੱਗੇ। ਸੁਣ ਭਾਈ ਨੰਦ ਸਿੰਘ, ਇੱਕ ਸੰਘਣਾ ਜੰਗਲ ਤੇ ਉਸ ਸੰਘਣੇ ਜੰਗਲ ਵਿੱਚ ਇੱਕ ਕਬੂਤਰੀ ਅਤੇ ਕਬੂਤਰ। ਰਹਿਤ ਕਪੋਤ ਕਪੋਤੀ ਤਹਾ। ਕਪੋਤ ਕਹਿੰਦੇ ਕਬੂਤਰ ਤੇ ਕਬੂਤੀ ਕਬੂਤਰੀ ਦੋਵੇਂ ਉੱਥੇ ਰਹਿੰਦੇ ਸਨ। ਆਦ ਨਡੇ ਉਸ ਬਸੈ ਸੁਖਾਰੇ। ਤੇ ਕਿਸੇ ਦਰਖਤ ਦੇ ਉੱਤੇ ਆਪਣਾ ਆਲਣਾ ਬਣਾ ਕੇ ਸੁਖ ਦੇ ਸਹਿਤ ਰਹਿੰਦੇ ਹਨ। ਬੱਚੇ ਬੱਚੀ ਜਾਣ ਕਾਰ ਪ੍ਰਤ ਪਾਰੇ। ਤੇ ਉਹਨਾਂ ਦਾ ਵੀ ਪਰਿਵਾਰ ਹੈ, ਉਹਨਾਂ ਦੇ ਬੱਚੇ ਬੱਚੀਆਂ ਹਨ। ਭਾਵ ਜਿਵੇਂ ਕਬੂਤਰ ਕਬੂਤਰੀ ਉਵੇਂ ਉਹਨਾਂ ਦੇ ਜੀ ਹਨ ਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹਨ। ਬਰਖਤ ਝਾਰੀ ਲੱਗੀ ਇੱਕ ਬਾਰੀ। ਇੱਕ ਵਾਰੀ ਦਾ ਸਮਾਂ ਕਿ ਬਹੁਤ ਜ਼ਿਆਦਾ ਝੜੀ ਲੱਗ ਗਈ ਖਾਲਸਾ ਜੀਓ, ਤੇ ਮੀਂਹ ਪੈਂਦਾ ਰਿਹਾ। ਜੇ ਕਹਿ ਲੋ ਥੋੜੀ ਬਹੁਤੀ ਕਿੜਮਿੜ ਹੁੰਦੀ ਰਹੀ। ਆਇਓ ਬਾਦਿਕ ਲੀਏ ਕਰ ਜਾਰੀ। ਤੇ ਬੱਦਕ ਕਹਿੰਦੇ ਸ਼ਿਕਾਰੀ ਸ਼ਿਕਾਰ ਨੂੰ ਲੱਭਦਾ ਖਾਲਸਾ ਜੀ ਉੱਥੇ ਆ ਕੇ ਰਸਤਾ ਭੁੱਲ ਗਿਆ। ਉਹਨੇ ਹੱਥ ਵਿੱਚ ਜਾਲ ਪਕੜਿਆ ਹੋਇਆ ਹੈ। ਹੰਗ ਨਾ ਹਤਿਓ ਨਹਿ ਕਿਤ ਪਾਇਓ। ਤੇ ਉਸ ਸ਼ਿਕਾਰੀ ਨੂੰ ਕੋਈ ਆਪਣਾ ਸ਼ਿਕਾਰ ਨਹੀਂ ਮਿਲਿਆ, ਕੋਈ ਪੰਛੀ ਨਹੀਂ ਮਿਲਿਆ, ਕੋਈ ਪਸ਼ੂ ਆਦਿਕ ਨਹੀਂ ਮਿਲਿਆ। ਭ੍ਰਮਤ ਸੂਛਾ ਤਹ ਆਇਓ। ਇਸ ਤਰ੍ਹਾਂ ਘੁੰਮਦਾ ਉਹ ਸ਼ਿਕਾਰੀ ਉੱਥੇ ਪਹੁੰਚ ਗਿਆ ਜਿੱਥੇ ਕਬੂਤਰ ਅਤੇ ਕਬੂਤਰੀ ਦਾ ਜਿਸ ਦਰਖਤ ਦੇ ਉੱਤੇ ਆਲਣਾ ਹੈ ਉਹ ਦਰਖਤ ਦੇ ਥੱਲੇ ਪਹੁੰਚ ਗਿਆ। ਕੰਪਤ ਸੀਤ ਲੱਗੇ ਜਲ ਬਾਉ। ਤੇ ਉੱਥੇ ਹਵਾ ਵੀ ਚਲਦੀ ਪਈ, ਥੋੜੀ ਬਹੁਤੀ ਕਣੀਆਂ ਵੀ ਪੈ ਰਹੀਆਂ, ਠੰਡ ਦਾ ਸਮਾਂ ਹੈ ਤੇ ਇਸ ਤਰ੍ਹਾਂ ਕੰਬਣ ਲੱਗਾ। ਇਸ ਤਰੋ ਤਰੇ ਰਹਿਓ ਠਹਿਰਾਓ। ਜਿਸ ਦਰਖਤ ਦੇ ਉੱਤੇ ਕਬੂਤਰ ਕਬੂਤਰੀ ਦਾ ਆਲਣਾ ਹੈ ਉਸੇ ਦਰਖਤ ਦੇ ਆ ਕੇ ਥੱਲੇ ਖੜਾ ਹੋ ਗਿਆ। ਰਾਤ ਭਈ ਪਰ ਭੁੱਲਿਓ ਰਾਹੂ। ਤੇ ਇਸ ਤਰ੍ਹਾਂ ਹਨੇਰਾ ਪੈਣਾ ਸ਼ੁਰੂ ਹੋ ਗਿਆ, ਉਹ ਰਸਤਾ ਵੀ ਭੁੱਲ ਗਿਆ ਸੀ। ਸੁਦਤ ਉਦਾਸ ਤਰਾਸ ਮਨ ਮਾਹੂ। ਇੱਕ ਤਾਂ ਡਰਦਾ ਹੈ ਕਿ ਜੰਗਲ ਵਿੱਚ ਮੈਂ ਇਕੱਲਾ ਹੀ ਆ, ਦੂਜਾ ਭੁੱਖਾ ਵੀ ਹੈ, ਖਾਣ ਨੂੰ ਕੁਝ ਵੀ ਨਹੀਂ ਮਿਲਿਆ, ਤੀਜਾ ਠੰਡ ਵੀ ਲੱਗ ਰਹੀ ਹੈ। ਠਰਿਓ ਸੁਨ ਹੋਏ ਬੈਠਿਓ ਮੌਨ। ਤੇ ਹੱਥ ਪੈਰ ਠਰੇ ਹੋਏ ਸੁੰਨ ਹੋ ਗਏ ਤੇ ਚੁੱਪਚਾਪ ਦਰਖਤ ਦੇ ਥੱਲੇ ਬੈਠ ਗਿਆ। ਬੋਲ ਨਾ ਨਿਕਸ ਬਲੋਕਿਓ ਤੌਨ। ਤੇ ਖਾਲਸਾ ਜੀ ਬੋਲ ਨਹੀਂ ਨਿਕਲਦੇ, ਜਦੋਂ ਇੱਧਰ ਉੱਧਰ ਵੇਖਦਾ ਹੈ ਡਰਦਾ ਵੀ ਹੈ। ਉਤੋ ਕੁਟੰਬੀ ਕਹਿ ਕਪੋਤ। ਤੇ ਕਬੂਤਰ ਅਤੇ ਕਬੂਤਰੀ ਇਹ ਪਰਿਵਾਰ ਦੇ ਜੀ ਹਨ, ਇਹਨਾਂ ਦੇ ਇਹ ਪਤੀ ਪਤਨੀ ਦੰਪਤੀ ਹਨ ਖਾਲਸਾ ਜੀਓ। ਤੇ ਇਸ ਤਰ੍ਹਾਂ ਕਬੂਤਰ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, ਸੁਨੋ ਕਪੋਤੀ ਇਸ ਦੁਖ ਹੋਤਾ। ਐ ਕਪੂਤੀ ਐ ਕਬੂਤਰੀ ਸੁਣ, ਇਹ ਜਿਹੜਾ ਸਾਡੇ ਘਰ ਅਤਿਥੀ ਆਇਆ ਹੈ ਇਹਨੂੰ ਦੁੱਖ ਹੋ ਰਿਹਾ ਹੈ। ਖੱਗ ਗ੍ਰਸਤੀ ਹਮਾਰੇ ਅਧਰੰਗੀ। ਐ ਅਰਧੰਗੀ ਐ ਇਸਤਰੀ ਐ ਪਤਨੀਏ ਸੁਣ, ਇਹ ਅਤਿਥੀ ਥੱਕ ਕੇ ਸਾਡੇ ਘਰ ਆਇਆ ਹੈ। ਅਤਿਥੀ ਕਹਿੰਦੇ ਖਾਲਸਾ ਜੀਓ ਜਿਹੜਾ ਬਿਨਾਂ ਦੱਸੇ ਆਵੇ, ਬਿਨਾਂ ਬੁਲਾਏ ਆਵੇ, ਆਪਣੇ ਆਪ ਰੱਬ ਭੇਜ ਦਵੇ, ਉਹਨੂੰ ਕਹਿੰਦੇ ਅਤਿਥੀ ਮਹਾਤਮਾ। ਤੇ ਇਹ ਮਹਾਤਮਾ ਪੁਰਸ਼ ਅਤਿਥੀ ਹੈ,
ਇਹ ਸਾਡੇ ਘਰ ਆਇਆ ਹੈ। ਆਇਓ ਅਭਾਗਤ ਨਰ ਅੰਗੀ। ਐ ਇਸਤਰੀਏ ਇਹ ਅਭਿਆਗਤ ਆਇਆ ਹੈ, ਕੋਈ ਮਹਾਂਪੁਰਸ਼ ਹੈ, ਅਸੀਂ ਇਹਦੀ ਸੇਵਾ ਕਰੀਏ। ਬੈਠਿਓ ਆਏ ਨਕੇਤ ਹਮਾਰੇ। ਤੇ ਸਾਡੇ ਘਰ ਆ ਕੇ ਬੈਠ ਗਿਆ ਹੈ। ਗ੍ਰਸਤੀ ਧਰਮ ਸੋ ਦੇਹ ਆਹਾਰੇ। ਸਾਡਾ ਧਰਮ ਗ੍ਰਸਤੀ ਹੈ, ਅਸੀਂ ਪਰਿਵਾਰ ਦੇ ਆਪਣੇ ਨਾਲ ਰੱਖਦੇ ਹਾਂ, ਸਾਡੇ ਬੱਚੇ ਹਨ, ਤੇ ਸਾਡਾ ਧਰਮ ਹੈ, ਹਰ ਗ੍ਰਸਤੀ ਦਾ ਧਰਮ ਹੈ, ਜੇ ਵੀ ਉਹਦੇ ਘਰ ਕੋਈ ਵੀ ਆ ਜਾਵੇ ਨਾ, ਭਾਵੇਂ ਚੰਗਾ ਬੁਰਾ ਕੋਈ ਵੀ ਬੰਦਾ, ਉਹਦੀ ਸੇਵਾ ਜ਼ਰੂਰ ਕਰਨੀ ਹੈ। ਖਾਨ ਪਾਨ ਬਿਸਰਾਮੈ ਦੈਬੋ। ਤੇ ਉਹਨੂੰ ਲੰਗਰ ਪਾਣੀ ਛਕਣ ਨੂੰ ਛਕਾਣਾ ਕੁਝ, ਤੇ ਉਹਨੂੰ ਆਰਾਮ ਕਰਨ ਨੂੰ ਵੀ ਸਾਜੋ ਸਮਾਨ ਦੇਣਾ ਹੈ। ਸੁਖ ਸਭ ਕਰਹਿ ਆਤਿਥ ਸੁਧ ਲੈਬੋ। ਤੇ ਅਸੀਂ ਆਪਣੇ ਤਿਥੀ ਦੀ ਖਬਰ ਲੈਣੀ ਚਾਹੀਦੀ ਹੈ ਹਰ ਗ੍ਰਸਤੀ ਨੂੰ, ਕਿ ਜਿਹੜਾ ਵੀ ਤਿਥੀ ਕਿਸੇ ਦੇ ਘਰ ਆਇਆ ਉਹਦੀ ਖਬਰ ਲੈਣੀ ਹੈ ਕਿ ਸੁਖ ਤੇ ਸਹਿਤ ਹੈ, ਕੋਈ ਦੁਖੀ ਤਾਂ ਨਹੀਂ, ਕੋਈ ਤੰਗੀ ਤਾਂ ਨਹੀਂ। ਖਾਗ ਤਨ ਹਾਥ ਨਾ ਦਏ ਵਿਦਾਤਾ। ਪਰ ਐ ਕਬੂਤਰੀਏ ਕਰੀਏ ਕੀ, ਸਾਨੂੰ ਵਿਧਾਤਾ ਅਕਾਲ ਪੁਰਖ ਨੇ ਪੰਛੀ ਸਰੀਰ ਬਖਸ਼ਿਸ਼ ਕੀਤਾ। ਅਸੀਂ ਪੰਛੀ ਹਾਂ, ਤੇ ਪੰਛੀਆਂ ਦੇ ਸਰੀਰ ਹੱਥ ਪੈਰ ਸਾਡੇ ਹੈ ਨਹੀਂ। ਹੈ ਇੱਕ ਚੋਂਚ ਚੋਗ ਚੁਨ ਖਾਤਾ। ਪਰ ਸਾਡੀ ਇੱਕ ਚੁੰਝ ਹੈ, ਅਸੀਂ ਉਹ ਚੁੰਝ ਨਾਲ ਚੋਗਾ ਚੁੱਕ ਕੇ ਖਾਂਦੇ ਹਾਂ, ਆਪਣਾ ਢਿੱਡ ਭਰਦੇ ਹਾਂ। ਸੁਨ ਸੁਖ ਦਾਇਨ ਸੁਧ ਇਸ ਕੇਰੀ। ਐ ਸੁਖ ਦਾਇਨ ਐ ਘਰ ਵਾਲੀਏ ਸੁਣ, ਇਹ ਸਾਡੇ ਘਰ ਆਇਆ, ਭਾਵੇਂ ਇਹਨੂੰ ਪਤਾ ਨਹੀਂ ਅਸੀਂ ਇਹਦੇ ਉੱਤੇ ਰਹਿੰਦੇ ਹਾਂ, ਇੱਥੇ ਆਲਣਾ ਬਣਾ ਕੇ ਰਹਿ ਰਹੇ ਹਾਂ, ਪਰ ਸਾਡੇ ਘਰ ਤੇ ਆਇਆ ਹੈ ਨਾ, ਇਹਦੀ ਪੂਰੀ ਖਬਰ ਲਈਏ। ਚਾਹੀਏ ਲਈ ਸਕਲ ਇਸ ਬੇਰੀ। ਤੇ ਹੁਣ ਇਹ ਸਮਾਂ ਹੈ, ਜੇ ਅੱਜ ਸੇਵਾ ਕਰ ਲਈਏ ਸਾਡਾ ਜਨਮ ਵੀ ਸਫਲਾ ਹੋ ਜਾਵੇਗਾ। ਪਹਿਲੇ ਪਾਵਕ ਦੇ ਹੈ ਇਸੇ। ਤੇ ਹੁਣ ਪਹਿਲਾਂ ਇਸ ਤਰ੍ਹਾਂ ਕਰੋ, ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ, ਪ੍ਰਸ਼ਾਦਾ ਤੇ ਬਾਅਦ ਤੋਂ ਚੁਕਾਵਾਂਗੇ, ਪਹਿਲਾਂ ਦੀ ਠੰਡ ਦੂਰ ਕਰੀਏ। ਜਿਸ ਤੇ ਸੀਤ ਸਰੀਰੋਂ ਨਸੇ। ਤੇ ਜਦੋਂ ਅੱਗ ਬਾਲਾਂਗੇ ਆਲੇ ਦੁਆਲੇ ਤੋਂ ਕੋਈ ਪ੍ਰਬੰਧ ਕਰਕੇ, ਤੇ ਇਸ ਅੱਗ ਕਰਕੇ ਦੀ ਠੰਡ ਦੂਰ ਹੋ ਜਾਵੇਗੀ। ਉਦਮ ਤੇ ਲక్ష్ਮੀ ਹੋਏ ਭਾਉਨ। ਬਾਕੀ ਜਿਹੜਾ ਬੰਦਾ ਉਦਮ ਕਰਦਾ ਨਾ, ਉਹਦੇ ਘਰ ਭੰਡਾਰੇ ਭਰ ਜਾਂਦੇ ਹਨ, ਉਹਦੇ ਘਰ ਖੁਸ਼ੀਆਂ ਆ ਜਾਂਦੀਆਂ, ਧਨ ਦੌਲਤ ਬਹੁਤ ਜ਼ਿਆਦਾ ਆ ਜਾਂਦਾ ਹੈ। ਸਿਮ ਬਿਜਨੇ ਹਾਲੇ ਹੋਏ ਪਾਉਨ। ਜਿਵੇਂ ਕੋਈ ਪੱਖਾ ਝੱਲੇਗਾ ਤੇ ਉਹਨੂੰ ਹਵਾ ਤੇ ਆਵੇਗੀ ਆਵੇਗੀ। ਪਹਿਲਾਂ ਪੱਖੀਆਂ ਹੁੰਦੀਆਂ ਖਾਲਸਾ ਜੀ, ਅੱਜ ਵੀ ਕਈ ਥਾਵਾਂ ਦੇ ਪੱਖੀਆਂ ਹਨ। ਜੇ ਪੱਖੀ ਪੱਖਾ ਝੱਲੇਗਾ ਹਵਾ ਤੇ ਆਵੇਗੀ ਨਾ, ਇਸੇ ਤਰ੍ਹਾਂ ਜਿਵੇਂ ਕੋਈ ਮਿਹਨਤ ਕਰੇਗਾ, ਉਦਮ ਕਰੇਗਾ, ਉਹਨੂੰ ਫਲ ਜ਼ਰੂਰ ਮਿਲੇਗਾ। ਹਿਮ ਬੋਲਤ ਹੀ ਉੱਡ ਕਰ ਗਇਓ। ਇਸ ਤਰ੍ਹਾਂ ਗੱਲਾਂ ਕਰਦਾ ਕਰਦਾ ਕਬੂਤਰ ਉੱਥੋਂ ਉੱਡ ਕੇ ਚਲਾ ਗਿਆ। ਗ੍ਰਾਮ ਅਗਨ ਧੁਖ ਦੇਖਤ ਭਇਓ। ਤੇ ਨਾਲ ਹੀ ਪਿੰਡ ਵਿੱਚੋਂ ਖਾਲਸਾ ਜੀ, ਜਿੱਥੇ ਥੋੜੀ ਚਿੰਗਾਰੀ ਸੀ, ਜੇ ਕਹਿ ਲੋ ਚੁਆਤੀ ਜੀ ਲੈ ਕੇ, ਉਹ ਉੱਥੇ ਆਪਣੀ ਚੁੰਝ ਵਿੱਚ ਪਾ ਕੇ ਤਰਤੀਬ ਨਾਲ, ਬਹੁਤ ਜੁਗਤੀ ਨਾਲ ਲੈ ਕੇ ਆਇਆ। ਮੇਂਗਣ ਆਗ ਸੁਲਗਤੀ ਲੈ ਕੇ। ਤੇ ਐਸੀ ਜਿਹੜੀ ਚੁਆਤੀ ਤਰਤੀਬ ਨਾਲ ਲੈ ਕੇ ਆਇਆ ਵੀ ਬੁਝ ਵੀ ਨਾ ਜਾਵੇ, ਤੇ ਨਾਲ ਆਪਣਾ ਵੀ ਬਚਾਅ ਕੀਤਾ ਇਸਨੇ। ਲਿਆਏ ਬਦਗ ਤੇ ਆਗੇ ਦੇ ਕੇ। ਤੇ ਲਿਆ ਕੇ ਨਾ ਉਹਨੇ ਉਹ ਚੁਆਤੀ ਜੀ ਚਿੰਗਾਰੀ ਜੀ ਉਸ ਸ਼ਿਕਾਰੀ ਦੇ ਅੱਗੇ ਗੇਰ ਛੱਡੀ। ਸੁਸ਼ਕ ਆਲਣੇ ਤੇ ਤ੍ਰਿਣ ਗੇਰੇ। ਤੇ ਉੱਤੇ ਚੜ ਕੇ ਦੋਵਾਂ ਨੇ ਆਪਣੇ ਆਲਣੇ ਤੋਂ ਜਿਹੜੇ ਛੋਟੇ ਛੋਟੇ ਡੱਕੇ ਹੁੰਦੇ ਘਾਹ ਫੂ ਖੁਸ਼ਕ ਜੇ, ਉਹ ਥੱਲੇ ਗੇਰੇ ਹਨ। ਬਦਗ ਹੇਰ ਜਾਰੇ ਤਿਸ ਬੇਰੇ। ਜਦੋਂ ਸ਼ਿਕਾਰੀ ਨੇ ਵੇਖਿਆ ਵੀ ਉੱਤੋਂ ਡੱਕੇ ਆਲਣੇ ਕਿੱਥੋਂ ਆ ਰਹੇ ਹਨ, ਆਲਣੇ ਵਿੱਚੋਂ ਆ ਰਹੇ ਹਨ, ਤੇ ਇੱਥੇ ਅੱਗ ਵੀ ਆ ਗਈ ਹੈ, ਤੇ ਉਹਨੇ ਥੋੜਾ ਉਦਮ ਕੀਤਾ, ਆਲੇ ਦੁਆਲੇ ਹੋਰ ਪੱਤੇ ਆਦਿ ਇਕੱਠੇ ਕਰਕੇ ਅੱਗ ਬਾਲ ਲਈ। ਈਦਨ ਆਦਿਕ ਪਰਿਓ ਚੁਣ ਲਿਓ। ਤੇ ਹੋਰ ਆਲੇ ਦੁਆਲੇ ਤੋਂ ਇੰਧਨ ਲੱਕੜਾ ਚੁੱਕ ਚੁੱਕ ਕੇ ਚੁਣ ਕੇ ਲਿਆਇਆ, ਤੇ ਇਸ ਤਰ੍ਹਾਂ ਅੱਗ ਚੰਗੀ ਤਰ੍ਹਾਂ ਬਾਲ ਲਈ। ਬਹੁਤ
ਪੜਾਮ ਮਜਾਵਤ ਤੇ ਭਇਓ ਮਾਨੋ ਅੱਗ ਦੀਆਂ ਭਾਂਬੜਾ ਬਲ ਗਈਆਂ ਖਾਲਸਾ ਜੀਓ। ਗਇਓ ਸੀਤ ਪਰ ਭੁੱਖਾ ਰਹਿਓ। ਇਸ ਤਰ੍ਹਾਂ ਅੱਗ ਤਾਂ ਬਲ ਗਈ, ਠੰਡ ਤਾਂ ਦੂਰ ਹੋ ਗਈ, ਪਰ ਜੇ ਢਿੱਡ ਨਹੀਂ ਭਰਿਆ ਉਹਦਾ। ਦੇਖ ਕਪੋਤ ਬਾਤ ਤਬ ਕਹਿਓ। ਤੇ ਉਹਦਾ ਇਹ ਸਰੀਰ ਵੇਖ ਕੇ ਕਬੂਤਰ ਕਹਿਣ ਲਗਾ, ਏ ਘਰ ਕੀ ਸਰਦਾਰਨ ਸੁਨੋ। ਐ ਘਰ ਦੀ ਸਰਦਾਰਨੀਏ ਮੇਰੀ ਗੱਲ ਸੁਣ। ਬਾਲ ਬੱਚੇ ਪਾਲੋ ਸੁਖ ਸਨੋ। ਤੁਸੀਂ ਹੁਣ ਸੁਖ ਦੇ ਸਹਿਤ ਆਪਣੇ ਬਾਲ ਬੱਚੇ ਪਾਲੋ, ਕਿਉਂਕਿ ਮਾਂ ਬਿਨਾ ਬਾਲ ਬੱਚੇ ਨਹੀਂ ਪਲਦੇ। ਇਸ ਕਰਕੇ ਐ ਸਰਦਾਰਨੀਏ, ਐ ਘਰ ਵਾਲੀਏ, ਤੁਸੀਂ ਸੁਖ ਦੇ ਸਹਿਤ ਬਾਲ ਬੱਚੇ ਪਾਲੋ। ਇਸ ਮਾਨੂ ਹਿਤ ਅਲਪ ਆਹਾਰਾ। ਇਹ ਜਿਹੜਾ ਸਾਡੇ ਘਰ ਮਨੁੱਖ ਸਰੀਰ ਆਇਆ ਹੈ ਨਾ, ਤੇ ਇਹਦੇ ਲਈ ਮੇਰਾ ਛੋਟਾ ਜਿਹਾ ਸਰੀਰ ਇਹ ਕੰਮ ਆ ਜਾਵੇਗਾ। ਤਿਉ ਸਰੀਰ ਆਪਨ ਇਸ ਬਾਰਾ। ਮੈਂ ਇਸ ਵੇਲੇ ਆਪਣਾ ਸਰੀਰ ਅੱਗ ਵਿੱਚ ਘੇਰ ਦਵਾਂ ਤੇ ਇਹ ਛਕ ਲਵੇਗਾ। ਸ਼ਿਕਾਰੀ ਹੈ, ਸ਼ਿਕਾਰੀ ਤਾਂ ਮਾਸ ਆਦਿ ਖਾ ਲੈਂਦੇ ਹਨ। ਕਹੇ ਕਪੋਤੀ ਧਰਮ ਸੋ ਮੇਰਾ। ਕਬੂਤਰੀ ਕਹਿਣ ਲੱਗੀ, ਨਹੀਂ ਸਵਾਮੀ ਜੀ ਨਹੀਂ, ਤੁਸੀਂ ਇਸ ਤਰ੍ਹਾਂ ਨਾ ਕਰੋ, ਮੇਰਾ ਇਹੀ ਧਰਮ ਹੈ, ਭਾਵ ਹਰ ਇਸਤਰੀ ਦਾ ਇਹ ਧਰਮ ਹੈ। ਤਿਉ ਆਹਾਰ ਆਪਨ ਤਨ ਕੇਰਾ। ਮੈਂ ਆਪਣੇ ਸਰੀਰ ਦਾ ਆਹਾਰ ਇਹਨੂੰ ਦੇ ਦੇਵਾਂ। ਆਪਣਾ ਸਰੀਰ ਅੱਗ ਵਿੱਚ ਘੇਰ ਕੇ ਮੇਰਾ ਸਰੀਰ ਭੁੱਜ ਜਾਵੇਗਾ ਤੇ ਮਾंस ਖਾ ਲਵੇਗਾ। ਦੋਹਰਾ ਨਾਰੀ ਨਰਕ ਸਰੀਰ ਹੈ, ਬਿਨਾ ਪੁਰਖ ਕਹਿ ਕਾਮ। ਐ ਸਵਾਮੀ ਜੀ, ਬਿਨਾ ਪੁਰਖ ਤੋਂ ਇਹ ਨਾਰੀ ਨਰਕ ਸਰੀਰ ਹੈ। ਜੇ ਪੁਰਖ ਪਤੀ ਨਹੀਂ ਤਾਂ ਨਾਰੀ ਫਿਰ ਕੀ ਸੇਵਾ ਕਰੇਗੀ, ਕਿਹਦੇ ਕੰਮ ਆਵੇਗੀ? ਇਸ ਕਰਕੇ ਉਹਦਾ ਸੰਸਾਰ ਵਿੱਚ ਰਹਿਣਾ ਨਰਕ ਦੇ ਬਰਾਬਰ ਹੈ। ਸਤ ਗਤ ਦਾਤਾ ਪੁਰਖ ਹੈ, ਆਵਰਨ ਦਾਤਾ ਰਾਮ। ਪਤੀ ਤੋਂ ਬਿਨਾ ਨਾਰੀ ਸਤੀ ਨਹੀਂ ਰਹਿ ਸਕਦੀ। ਸਤ ਉਹਦਾ ਪਤੀ ਕਰਕੇ ਹੈ, ਉਹਦੀ ਗਤੀ ਉਹਦੀ ਮੁਕਤੀ ਪਤੀ ਕਰਕੇ ਹੈ। ਤੇ ਨਾਰੀ ਆਪਣੇ ਪਤੀ ਦੀ ਸੇਵਾ ਕਰਦੀ ਹੈ, ਉਹਦਾ ਜੀਵਨ ਧਨ ਹੈ। ਅਸਲ ਦਾਤਾ ਨਾਰੀ ਦਾ ਉਹਦਾ ਪਤੀ ਹੈ। ਲੋਕਾਂ ਦਾ ਦਾਤਾ ਹੋਵੇਗਾ ਪ੍ਰਮਾਤਮਾ, ਪਰ ਨਾਰੀ ਦਾ ਦਾਤਾ ਜਿਹੜਾ ਪ੍ਰਮਾਤਮਾ ਪੁਰਖ ਹੈ ਉਹ ਉਹਦਾ ਪਤੀ ਹੀ ਹੈ। ਪੁਰਖ ਕਹਿਓ ਘਰ ਤ੍ਰਿਐ ਬਿਨਾ, ਸੂਨਾ ਰਹੇ ਦੁਆਰ। ਕਬੂਤਰ ਕਹਿਣ ਲਗਾ, ਨਹੀਂ ਸੁਭਾਗ ਭਰੀਏ ਇਹ ਨਾ ਆਖ ਕਿ ਜਿਹੜਾ ਘਰ ਹੈ, ਘਰ ਵਿੱਚ ਕੋਈ ਪਤਨੀ ਨਾ ਹੋਵੇ, ਕੋਈ ਇਸਤਰੀ ਨਾ ਹੋਵੇ ਤਾਂ ਘਰ ਤਾਂ ਸੁੰਨਾ ਪਿਆ ਰਹਿੰਦਾ ਹੈ। ਪੁਰਖ ਵੈ ਰਹੀ ਸੂਰਮਾ, ਅੰਤਰ ਘਰ ਕੇ ਖੁਆਰ। ਜਿਹੜਾ ਬੰਦਾ ਹੈ ਪੁਰਖ ਹੈ, ਬਾਹਰ ਹੀ ਸੂਰਮਾ ਬਣਦਾ ਹੈ, ਬਾਹਰ ਹੀ ਯੋਧਾ ਹੈ, ਤੇ ਘਰ ਵਿੱਚ ਉਹ ਖੁਆਰ ਹੀ ਹੁੰਦਾ ਹੈ। ਭਾਵ ਘਰ ਆ ਕੇ ਉਹ ਨੀਵਾ ਹੋ ਜਾਂਦਾ ਹੈ। ਦੋਵੇਂ ਮਿਲ ਕੇ ਰਹਿੰਦੇ ਹਨ। ਘਰ ਆ ਕੇ ਸੂਰਮਾ ਨਹੀਂ ਬਣਦਾ, ਝਗੜਾ ਨਹੀਂ ਕਰਦਾ, ਦੋਵੇਂ ਮਿਲ ਕੇ ਰਹਿੰਦੇ ਹਨ। ਚੌਪਈ ਸੁਨੋ ਨੀਂਗਰਾ ਪਤ ਬਚ ਹੋਤੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣਗੇ, ਸੁਣ ਭਾਈ ਆਨੰਦ ਸਿੰਘ ਬੇਟਾ। ਇਸ ਤਰ੍ਹਾਂ ਉਹ ਪਤੀ ਦੇ ਬਚਨ ਅਜੇ ਸੁਣ ਰਹੀ ਸੀ। ਜਵਲਤ ਆਗਨ ਮੈਂ ਗਿਰੀ ਕਪੋਤੀ। ਤੇ ਉਹ ਸੁਣਦੇ ਸੁਣਦੇ ਫਟਾਫਟ ਉਹਨੇ ਆਪਣਾ ਸਰੀਰ ਅੱਗ ਵਿੱਚ ਗੇਰ ਛੱਡਿਆ। ਬਦਕ ਦੇਖ ਭੂਨੀ ਅਰ ਖਾਈ। ਜਦੋਂ ਬਦਕ ਸ਼ਿਕਾਰੀ ਨੇ ਵੇਖਿਆ ਕਿ ਮੇਰੇ ਲਈ ਮਾंस ਆ ਗਿਆ, ਉਹਨੇ ਹੋਰ ਉਹਨੂੰ ਪਕੜ ਕੇ ਚੰਗੀ ਤਰ੍ਹਾਂ ਭੁੰਨ ਲਿਆ। ਤਬੇ ਕਪੋਤ ਵਿਚਾਰ ਉਠਾਈ। ਇਤਨੀ ਦੇਰ ਨੂੰ ਕਬੂਤਰ ਨੇ ਵੀ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ। ਨਾਰ ਤਨ ਤੀਨ ਸ਼ੇਰ ਲੈ ਖਾਈ। ਕਬੂਤਰ ਸੋਚਣ ਲੱਗਾ, ਦੇਖੋ ਕਿਤਨਾ ਗਿਆਨ ਹੈ ਖਾਲਸਾ ਜੀਓ। ਪਿਛਲੇ ਜਨਮ ਦਾ ਗਿਆਨ, ਭਾਵੇਂ ਇਸ ਜਨਮ ਵਿੱਚ ਕਬੂਤਰ ਕਬੂਤਰੀ ਸਰੀਰ ਮਿਲਿਆ ਉਹਨਾਂ ਨੂੰ, ਪਰ ਪਿਛਲੇ ਜਨਮ ਦਾ ਗਿਆਨ ਸੀ। ਉਹ ਸੋਚਣ ਲੱਗਾ ਕਿ ਇਹ ਰੱਬ ਜੀ, ਇਹ ਮਨੁੱਖਾ ਸਰੀਰ ਹੈ। ਮਨੁੱਖਾ ਸਰੀਰ ਦਾ ਜਿਹੜਾ ਕਹਿ ਲੋ ਖੁਰਾਕ ਹੈ, ਇੱਕ ਦਿਨ ਵਿੱਚ 3 ਸੇਰ ਹੈ। 3 ਸੇਹਰ ਦਿਹਾੜੀ ਕਾ ਮਹਿਮਾਨ।
ਇੱਕ ਮਨੁੱਖਾ ਸਰੀਰ 3 ਸੇਰ ਭੋਜਨ ਖਾਂਦਾ ਹੈ। ਅਰਧ ਸ਼ੁੱਧਤ ਰਹੇਗਾ ਅਰ ਤੇ ਗਾਏ। ਸਾਡੇ ਘਰੇ ਮਹਾਂਪੁਰਸ਼ ਆਇਆ ਹੈ, ਅਤਿਥੀ ਆਇਆ ਹੈ, ਤੇ ਇਹਨੇ ਤਾਂ ਅਜੇ ਮਾਸ ਥੋੜਾ ਹੀ ਖਾਇਆ ਹੈ, ਇਹ ਤਾਂ ਭੁੱਖਾ ਰਹਿ ਗਿਆ ਹੋਣਾ, ਅੱਧਾ ਭੁੱਖਾ ਹੋਵੇਗਾ। ਆਦ ਭੋਜਨ ਦੇ ਭੁੱਖਾ ਰਾਖੈ। ਤੇ ਜਿਹੜਾ ਕੋਈ ਕਿਸੇ ਦੇ ਘਰ ਮਹਿਮਾਨ ਜਾਵੇ ਨਾ ਅੱਧਾ ਚਕਾਵੇ ਤਾਂ ਨਾ ਚਕਾਵੇ, ਤੇ ਇਸ ਤਰ੍ਹਾਂ ਜਿਹੜਾ ਵਿਤਕਰਾ ਕਰਦਾ ਹੋਵੇ। ਨਰਕ ਪਰਹੇ ਦਾਤਾ ਸੂਰਤ ਭਾਖੈ। ਸ਼ਰੂਤੀਆਂ, ਸ਼ਾਸਤਰ, ਧਰਮ ਗ੍ਰੰਥ ਸਭ ਇਹੀ ਕਹਿੰਦੇ ਹਨ, ਗਿਆਨ ਦੇ ਗ੍ਰੰਥ, ਕਿ ਜਿਹੜਾ ਕਿਸੇ ਦੇ ਘਰ ਕੋਈ ਮਹਿਮਾਨ ਆਇਆ ਹੈ, ਦੇਣ ਵਾਲਾ ਦਾਤਾ ਨੂੰ ਅੱਧਾ ਭੋਜਨ ਚਕਾਵੇ ਦਾ ਨਾ ਚਕਾਵੇ, ਤੇ ਉਹ ਦਾਤਾ ਜਿਹੜਾ ਦੇਣ ਵਾਲਾ ਹੈ, ਜਿਹਦਾ ਘਰ ਹੈ, ਉਹ ਨਰਕਾਂ ਨੂੰ ਜਾਂਦਾ ਹੈ। ਤਬ ਤਜ ਮੋਹ ਆਗਨ ਮੈਂ ਗਿਰਿਓ। ਇਸ ਤਰ੍ਹਾਂ ਖਾਲਸਾ ਜੀ ਆਪਣੇ ਘਰ ਦਾ ਮੋਹ ਛੱਡ ਕੇ ਕਿ ਮੇਰੇ ਬੱਚੇ ਕੀ ਕਰਨਗੇ, ਇਹ ਮੋਹ ਛੱਡ ਕੇ ਆਪ ਉਹ ਕਬੂਤਰ ਅੱਗ ਵਿੱਚ ਡਿੱਗ ਪਿਆ। ਫੇਰ ਪਾਰੋਦੀ ਕਰੁਣਾ ਭਰਿਓ। ਜਦੋਂ ਪਾਰਦੀ ਨੇ ਵੇਖਿਆ, ਸ਼ਿਕਾਰੀ ਨੇ ਵੇਖਿਆ ਕਿ ਪਹਿਲਾਂ ਕਬੂਤਰੀ ਆਈ, ਫਿਰ ਕਬੂਤਰ ਆਇਆ, ਤੇ ਇੱਕਦਮ ਉਹਦੇ ਮਨ ਵਿੱਚ ਖਾਲਸਾ ਜੀ ਦਿਆਲ ਦੀ ਭਾਵਨਾ ਆ ਗਈ, ਦਿਆਲੂ ਬਿਰਤੀ ਆ ਗਈ। ਧੰਨ ਧੰਨ ਇਹ ਖੱਗ ਤਨ ਧਾਰੇ। ਉਹਦੇ ਮੁਖ ਤੋਂ ਵੀ ਬਚਨ ਨਿਕਲਿਆ, ਧਨ ਹਨ ਇਹ ਦੋਵੇਂ ਪੰਛੀ। ਇਹ ਕਬੂਤਰ ਕਬੂਤਰੀ ਧਨ ਹਨ, ਦੋਵਾਂ ਨੇ ਜਿਹੜਾ ਪੰਛੀ ਵਾਲਾ ਸਰੀਰ ਧਾਰਨ ਕੀਤਾ ਹੈ। ਅਮ ਆਹਾਰ ਹਿਤ ਦੋਨੋਂ ਮਾਰੇ। ਦੇਖੋ ਮੇਰੇ ਲਈ ਇਹਨਾਂ ਨੇ ਕਿਤਨਾ ਵੱਡਾ ਕਾਰਜ ਕੀਤਾ, ਦੋਵੇਂ ਆਪਣੀ ਜਾਨ ਕੁਰਬਾਨ ਕਰ ਗਏ ਮੇਰੇ ਆਹਾਰ ਵਾਸਤੇ, ਮੈਨੂੰ ਲੰਗਰ ਛਕਾਉਣ ਵਾਸਤੇ। ਧਨ ਹਨ ਇਹ ਦੋਵੇਂ ਹੀ। ਮੈਂ ਪਾਪੀ ਵੱਡ ਹੋਇਓ ਪਾਪ। ਮੈਂ ਬੜਾ ਵੱਡਾ ਪਾਪੀ, ਮੈਂ ਬੜਾ ਵੱਡਾ ਪਾਪ ਕੀਤਾ ਹੈ। ਬਿਨ ਸੋ ਤਨ ਮੋਹੇ ਸੋ ਤਜ ਆਪ। ਤੇ ਲੱਗਦਾ ਹੈ ਹੁਣ ਮੈਂ ਵੀ ਮਰ ਜਾਵਾਂ, ਜਿਹੜੇ ਮੇਰੇ ਆਹਾਰ ਕਰਕੇ ਮਰ ਗਏ, ਮੈਂ ਇਤਨਾ ਵੱਡਾ ਪਾਪੀ, ਇਹਨਾਂ ਦਾ ਮਾਸ ਖਾ ਗਿਆ, ਇਸ ਕਰਕੇ ਹੁਣ ਮੈਂ ਵੀ ਮਰ ਜਾਵਾਂ। ਮੈਂ ਤਪ ਤਪੋਂ ਜੇ ਨਰ ਤਨ ਹੋਆ। ਜੇ ਹੁਣ ਮੈਨੂੰ ਮਨੁੱਖਾ ਸਰੀਰ ਮਿਲਿਆ ਤੇ ਮੈਂ ਤਪੱਸਿਆ ਕਰਾਂ, ਸਾਧਨਾ ਕਰਾਂ, ਮੈਂ ਵੀ ਕੋਈ ਮਹਾਂਪੁਰਸ਼ ਬਣਾ ਸਾਧਨਾ ਕਰਕੇ। ਇਮ ਕੈ ਪ੍ਰੇਮ ਉਮਕ ਬਹੁ ਰੋਵਾ। ਇਸ ਤਰ੍ਹਾਂ ਖਾਲਸਾ ਜੀ ਅੰਦਰ ਪਹਿਲਾਂ ਬੈਰਾਗ ਆਇਆ, ਫਿਰ ਪ੍ਰੇਮ ਆਇਆ, ਤੇ ਪ੍ਰੇਮ ਕਰਕੇ ਅੱਖਾਂ ਚੋਂ ਹੰਝੂ ਆਣ ਲੱਗੇ। ਮਹਾਰਾਜ ਤਬ ਹੁਕਮ ਬਖਾਨਾ। ਤੇ ਉਧਰ ਅਕਾਲ ਪੁਰਖ ਪ੍ਰਮਾਤਮਾ ਜਾਣੀ ਜਾਣ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨ। ਸਭਨਾ ਬਾਰੇ ਦੇਖਦੇ ਹਨ ਪ੍ਰਮਾਤਮਾ ਜੀ, ਸਭਨਾ ਦੇ ਅੰਦਰ ਦੀ ਬੇਨਤੀ ਸੁਣਦੇ ਹਨ। ਜਦੋਂ ਰੱਬ ਨੇ ਦੇਖਿਆ ਤੇ ਰੱਬ ਨੇ ਹੁਕਮ ਕੀਤਾ, ਏਠਾਂ ਆਇਓ ਏਠਾਂ ਆਨਿਓ ਪਠਿਓ ਬੇਬਾਨਾ। ਰੱਬ ਨੇ ਆਪਣੇ ਜੀਵਾਂ ਨੂੰ ਆਖਿਆ, ਆਪਣੇ ਸੇਵਕਾਂ ਨੂੰ ਆਖਿਆ, ਜਾਓ ਭਾਈ ਇਹਨਾਂ ਕਬੂਤਰ ਕਬੂਤਰੀ ਲਈ ਤੇ ਉਸ ਮਹਾਤਮਾ ਲਈ ਜਿਹੜਾ ਸ਼ਿਕਾਰੀ ਹੈ, ਹੁਣ ਉਹ ਮਹਾਤਮਾ ਬਣ ਗਿਆ ਹੈ। ਇਹ ਤਿੰਨਾਂ ਲਈ, ਬਾਕੀ ਕਬੂਤਰ ਦੇ ਪਰਿਵਾਰ ਲਈ ਵਿਵਾਨ ਭੇਜੋ। ਸਹਿਤ ਕੁਟੰਬ ਕਬੂਤਰ ਚੜਿਓ। ਤੇ ਕਬੂਤਰ ਕਬੂਤਰੀ ਪੂਰੇ ਪਰਿਵਾਰ ਸਹਿਤ ਬੱਚੇ ਵੀ ਤਰ ਗਏ ਇਹਨਾਂ ਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੀ ਬਿਰਤੀ ਭਾਵਨਾ ਗ੍ਰਸਤ ਧਰਮ ਵਿੱਚ ਖਾਲਸਾ ਜੀਓ, ਜਿਹੜਾ ਕਿਸੇ ਦੀ ਸੇਵਾ ਕਰਦਾ ਹੈ ਉਹ ਸਾਰੇ ਪਰਿਵਾਰ ਸਹਿਤ ਤਰ ਗਿਆ। ਬਦਿਕ ਚੜਾਏ ਸੰਗ ਮੁੱਦ ਵੱਡਿਓ। ਤੇ ਬਦਕ ਸ਼ਿਕਾਰੀ ਵੀ ਖਾਲਸਾ ਜੀ ਉੱਥੇ ਭਾਵੇਂ ਸਰੀਰ ਉਹਦਾ ਸ਼ਾਂਤ ਹੋ ਗਿਆ, ਭਾਵ ਉਹ ਵੀ ਚੜਾਈ ਕਰ ਗਿਆ। ਪ੍ਰੇਮ ਦੇ ਖਾਲਸਾ ਜੀ ਹੰਝੂ ਜਦੋਂ ਅੰਦਰ ਆਏ, ਪ੍ਰੇਮ ਦੇ ਤੀਰ ਵੱਜੇ ਤੇ ਉਹਦਾ ਮੋਹ ਆਦਿ ਖਤਮ ਹੋ ਗਿਆ। ਉਹਨੂੰ ਵੀ ਵਿਵਾਨ ਤੇ ਚੜਾ ਕੇ ਸੱਚਖੰਡ ਲੈ ਗਏ। ਸੁਖ ਸਭ ਬਿਦ ਕੋ ਜਹਾਂ ਉਧਾਰਾ। ਜਿੱਥੇ ਸੱਚਖੰਡ ਵਿੱਚ ਹਮੇਸ਼ਾ ਆਨੰਦ ਹੀ ਆਨੰਦ ਹੈ, ਸੁਖ ਹੀ ਸੁਖ ਹੈ, ਉੱਥੇ ਸਾਰੇ ਪਹੁੰਚੇ ਹਨ। ਬਸ ਕਰ ਭੋਗੇ ਅਨਕ ਪ੍ਰਕਾਰਾ। ਤੇ ਜਿੱਥੇ ਹਮੇਸ਼ਾ ਸੁਖ ਰਵੇ, ਕਦੀ ਦੁੱਖ ਨਾ ਰਵੇ, ਬੇਗਮਪੁਰਾ
ਸ਼ਹਿਰ ਕੋ ਨਾਓ ਦੁਖ ਅੰਦੋਹ ਨਹੀਂ ਤੇ ਠਾਉ ਉੱਥੇ ਪਹੁੰਚੇ ਹਨ। ਸੁਨ ਲੜ ਕੇ ਇਹ ਮਾਰਗ ਦੋਏ। ਐ ਭਾਈ ਆਨੰਦ ਸਿੰਘ ਸੁਣ ਹੁਣ, ਐ ਨਿੰਗਰਾ ਐ ਬੇਟੇ ਸੁਣ, ਇਹ ਦੋ ਮਾਰਗ ਹਨ। ਇੱਕ ਗ੍ਰਸਤੀ ਧਰਮ ਹੈ ਜਿਹਨੂੰ ਗ੍ਰਸਤ ਧਰਮ ਕਹਿੰਦੇ ਹਨ, ਦੂਜਾ ਵਿਹੰਗਮ ਇਹ ਪੁਰਖ ਹਨ ਮਹਾਤਮਾ ਜਨ, ਦੋਵੇਂ ਬਾਰੇ ਤੂੰ ਸੁਣ ਲਿਆ ਹੈ। ਤੋਹੇ ਸੰਗ ਹਮ ਬੂਝਤ ਸੋਏ। ਤੇ ਹੁਣ ਤੈਨੂੰ ਅਸੀਂ ਪੁੱਛਦੇ ਹਾਂ, ਦੱਸ ਭਾਈ ਤੂੰ ਕੀ ਚਾਹੁੰਦਾ ਹੈ? ਤੋਹੇ ਹਿਰਦੇ ਕੋ ਕੌਣ ਪਸੰਦ। ਤੇਰੇ ਮਨ ਨੂੰ ਕਿਹੜਾ ਚੰਗਾ ਲੱਗਦਾ ਹੈ? ਗ੍ਰਸਤ ਬਣਨਾ, ਗ੍ਰਸਤੀ ਬਣਨਾ ਚੰਗਾ ਲੱਗਦਾ ਹੈ, ਬੱਚੇ ਪਾਲਨੇ ਚੰਗੇ ਲੱਗਦੇ, ਸੇਵਾ ਕਰਨੀ ਚੰਗੀ ਹੈ, ਜਾਂ ਫਿਰ ਕੋਈ ਵਿਹੰਗਮ ਪੁਰਸ਼ ਬਣਨਾ ਹੈ? ਜਿਸ ਤੇ ਚਾਹਤ ਸਰੇ ਬਿਲੰਦ। ਦੱਸ ਤੂੰ ਕਿਸ ਕਰਕੇ ਆਪਣਾ ਭਲਾ ਕਰਵਾਉਣਾ ਚਾਹੁੰਦਾ ਹੈ? ਭਲਾ ਤੇਰਾ ਹੋ ਜਾਵੇਗਾ, ਕੋਈ ਮਾਰਗ ਚੁਣ ਲੈ, ਦੋਵਾਂ ਵਿੱਚੋਂ ਤੇਰਾ ਭਲਾ ਜ਼ਰੂਰ ਹੋਵੇਗਾ। ਨਤਰ ਖੁਆਰ ਹੋਣ ਕੇ ਜਾਨੋ। ਜੇ ਇਹਨਾਂ ਦੋਵਾਂ ਵਿੱਚ ਜਿਹੜੇ ਕੰਮ ਕੀਤੇ ਮਹਾਂਪੁਰਸ਼ਾਂ ਨੇ ਉਹ ਨਹੀਂ ਕੀਤਾ, ਜਾਂ ਦੂਜਾ ਕੰਮ ਜਿਹੜਾ ਕਬੂਤਰ ਕਬੂਤਰੀ ਨੇ ਆਪਣਾ ਧਰਮ ਨਿਭਾਇਆ, ਜੇ ਉਹ ਨਹੀਂ ਕੀਤਾ ਤੇ ਫਿਰ ਤਾਂ ਖੁਆਰ ਹੋਵੇਗਾ। ਇਹੀ ਹੈ ਕਬੀਰ ਸਾਹਿਬ ਦਾ ਬਚਨ। ਕਬੀਰ ਸਾਹਿਬ ਕਹਿੰਦੇ ਭਾਈ ਜੇ ਤੂੰ ਗ੍ਰਸਤੀ ਹੈ ਤਾਂ ਉਹਦਾ ਧਰਮ ਨਿਭਾ, ਜੇ ਨਹੀਂ ਨਿਭਾਉਂਦਾ ਫਿਰ ਕਹਿੰਦੇ ਤਾਕੋ ਬੜੋ ਅਭਾਗ, ਵੱਡੇ ਭਾਗ ਹਨ ਉਹਦੇ। ਕਬੀਰ ਜੋ ਗ੍ਰਹਿ ਕਰੋ ਤਾ ਧਰਮ ਕਰ, ਨਾਹੀ ਤਾ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਕੋ ਬੜੋ ਅਭਾਗ। ਜੇ ਗ੍ਰਸਤੀ ਬਣਿਆ ਹੈ, ਗ੍ਰਸਤ ਧਰਮ ਨਿਭਾਣਾ ਹੈ ਤਾਂ ਚੰਗੀ ਤਰ੍ਹਾਂ ਨਿਭਾਈ। ਜੇ ਗ੍ਰਸਤ ਧਰਮ ਵਿੱਚ ਤੂੰ ਘਰ ਛੱਡ ਕੇ ਬਾਹਰ ਦੌੜਨ ਜਾ ਰਿਹਾ ਕਿ ਮੈਂ ਇੱਥੋਂ ਸਾਧੂ ਬਣ ਜਾਵਾਂ, ਨਾ, ਗ੍ਰਸਤੀ ਧਰਮ ਨਿਭਾਉਂਦਿਆਂ ਹੋਏ ਰੱਬ ਦਾ ਭਜਨ ਕਰੋ, ਆਏਗੇ ਦੀ ਸੇਵਾ ਕਰੋ। ਜੇ ਵਿਹੰਗਮ ਸਾਧੂ ਬਣ ਗਏ, ਧਿਆਨ ਰਿਹਾ ਮਾਇਆ ਵਿੱਚ, ਧਿਆਨ ਰਿਹਾ ਕਾਮ ਕ੍ਰੋਧ ਵਿੱਚ, ਤੇ ਫਿਰ ਤਾਂ ਤਾਕੋ ਬੜੋ ਅਭਾਗ, ਉਹਨੂੰ ਵੱਡੇ ਭਾਗ ਹਨ ਉਹਦੇ। ਉਹ ਭਾਗਾਂ ਵਾਲਾ ਨਹੀਂ, ਅਭਾਗਾ ਹੈ, ਉਹਦੇ ਭਾਗ ਬੁਰੇ ਹਨ। ਇਸ ਕਰਕੇ ਐ ਬੇਟਾ ਇਹ ਗੱਲ ਸਮਝ ਲੈ। ਦੇਖ ਅਨੇਕ ਬਵੇਕਹਿ ਹਨ। ਤੇ ਦੇਖ ਚੰਗੀ ਤਰ੍ਹਾਂ ਵਿਚਾਰ ਕਰ, ਆਪਣੇ ਅੰਦਰ ਗਿਆਨ ਪ੍ਰਾਪਤ ਕਰ। ਜੇ ਗਿਆਨ ਨਹੀਂ ਪ੍ਰਾਪਤ ਕਰੇਗਾ ਫਿਰ ਦੁਖੀ ਹੋਵੇਗਾ। ਗ੍ਰਸਤੀ ਆਪਰ ਸਾਧ ਭੀ ਘਾਨੇ। ਇਸ ਦੁਨੀਆ 'ਚ ਬੜੇ ਗ੍ਰਸਤੀ ਹਨ, ਸਾਰੀ ਦੁਨੀਆ ਗ੍ਰਸਤੀ ਹੈ ਬਹੁਤਾਤ, ਤੇ ਮਹਾਤਮਾ ਪੁਰਸ਼ ਵੀ ਬੜੇ ਹਨ, ਵਿਹੰਗਮ ਪੁਰਸ਼ ਵੀ ਕਈ ਹਨ। ਕੋ ਪੂਰਾ ਉਤਰੇ ਹਿਤ ਸਾਨੇ। ਤੇ ਕੋਈ ਵਿਰਲਾ ਹੀ ਉਤਰਦਾ ਹੈ ਪੂਰਾ। ਆਖੋ ਸਤਨਾਮ। ਗ੍ਰਸਤੀ ਖਾਲਸਾ 'ਚ ਲਗਭਗ ਬਹੁਤਾਤ ਦੁਨੀਆ ਹੈ, ਤੇ ਉਹਨਾਂ 'ਚੋਂ ਵਿਹੰਗਮ ਵੀ ਅਨੇਕਾਂ ਹਨ। ਪਰ ਵਿਹੰਗਮ ਵੀ ਕਈ ਬਹੁਤੇ ਮੰਗਣ ਵਾਲੇ, ਕਈ ਘਰ ਛੱਡ ਕੇ ਤੁਰ ਜਾਣ ਵਾਲੇ, ਕਈ ਘਰ ਤੋਂ ਦੁਖੀ ਹੋ ਕੇ, ਉਹਨਾਂ ਤੋਂ ਪੂਰਾ ਕੋਈ ਵਿਰਲਾ ਹੀ ਉਤਰਦਾ ਹੈ। ਗ੍ਰਸਤੀਆਂ ਵਿੱਚੋਂ ਕੋਈ ਵਿਰਲਾ ਉਤਰੇਗਾ ਪੂਰਾ, ਤੇ ਵਿਹੰਗਮ ਪੁਰਸ਼ਾਂ ਵਿੱਚੋਂ, ਸਾਧੂਆਂ ਵਿੱਚੋਂ ਵੀ ਕੋਈ ਵਿਰਲਾ ਹੀ ਪੂਰਾ ਉਤਰਦਾ ਹੈ। ਗੁਰ ਦੀਵਾਨ ਮੈਂ ਤੂੰ ਸੱਚ ਭਾਖੋ। ਐ ਬੇਟਾ ਸੱਚ ਗੱਲ ਆਖੀ, ਇੱਥੇ ਝੂਠ ਨਾ ਆਖੀ। ਇਹ ਗੁਰੂ ਦਾ ਦੀਵਾਨ ਹੈ, ਰੱਬ ਦਾ ਘਰ ਹੈ, ਸੱਚ ਗੱਲ ਆਖੀ। ਤੂੰ ਕੀ ਬਣਨਾ ਚਾਹੁੰਦਾ ਹੈ? ਕਿਆ ਮਾਨਹਿ ਗੋ ਕਰਨ ਭਿਲਾਖੋ। ਤੂੰ ਕੀ ਬਣੇਗਾ, ਕੀ ਮੰਨੇਗਾ, ਤੇਰੀ ਇੱਛਾ ਕੀ ਹੈ ਉਹ ਦੱਸ। ਭਗਤ ਜੇ ਚੌ ਜੁਗ ਜਗਤ ਮਝਾਰਾ। ਐ ਬੇਟਾ ਜਿਹੜੇ 4 ਯੁਗਾਂ ਵਿੱਚ ਭਗਤ ਹੋਏ, ਸਭ ਕੋ ਹੈ ਕਬੀਰ ਸਰਦਾਰਾ। ਉਹਨਾਂ ਸਾਰੇ ਭਗਤਾਂ ਜੋ ਕਬੀਰ ਸਾਹਿਬ ਮੁਖੀ ਹੋਏ, ਸ਼੍ਰੋਮਣੀ ਭਗਤ ਹੋਏ। ਸਿੱਧ ਗ੍ਰਸਤ ਤਿੰਨ ਕਰ ਦਿਖਰਾਇਓ। ਤੇ ਭਗਤ ਕਬੀਰ ਸਾਹਿਬ ਨੇ ਇਹ ਗ੍ਰਸਤ ਧਰਮ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ ਸਿੱਧ ਕਰਕੇ ਵਿਖਾਇਆ ਕਿ ਇੱਥੇ ਵੀ ਉਹਨਾਂ ਨੂੰ ਪਰਮ ਗਤੀ ਮਿਲਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਘਰ ਵਿੱਚ ਹੀ ਭਗਤੀ ਕਰੇ, ਰੱਬ ਦਾ ਭਜਨ ਕਰੇ। ਗੁਰੂ ਨਾਨਕ ਪਾਤਸ਼ਾਹ ਸਾਰੇ ਗੁਰੂ ਸਾਹਿਬਾਨ ਗ੍ਰਸਤੀ, ਅਧਿਕਤਰ ਗੁਰੂ ਕੇ ਸਿੱਖ ਗ੍ਰਸਤੀ ਖਾਲਸਾ ਜੀਓ, ਜਿਹੜੇ ਪਰਿਵਾਰ ਵਿੱਚ ਰਹਿੰਦਿਆਂ ਜਿਨ੍ਹਾਂ ਨੇ ਧਰਮ ਨਿਭਾਇਆ, ਰੱਬ ਦਾ ਭਜਨ ਕੀਤਾ, ਆਏਗੇ ਦੀ ਸੇਵਾ ਕੀਤੀ। ਕਬੀਰ ਸਾਹਿਬ
ਧਨ ਇਹਨਾਂ ਦੀ ਪਤਨੀ ਹੈ ਮਾਤਾ ਲੋਈ ਜੀ, ਧਨ ਬੇਟਾ ਕਮਾਲਾ ਤੇ ਕਮਾਲੀ ਇਹ ਬੇਟੀ, ਇਹ ਧਨ ਹਨ। ਬੀਚ ਜੋਗ ਪੀ ਕਰ ਦਿਖਰਾਇਓ। ਤੇ ਬੇਟਾ ਕਬੀਰ ਸਾਹਿਬ ਨੇ ਘਰ ਵਿੱਚ ਰਹਿੰਦਿਆਂ ਰੱਬ ਨਾਲ ਜੁੜੇ, ਜੋਗ ਹੈ ਜੁੜਨਾ, ਉਹ ਘਰ ਵਿੱਚ ਬੈਠਿਆਂ ਜੁੜੇ ਰਹੇ। ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰੈ RAM ਸਨੇਹੀ। ਜੇ ਤਾਗਾ ਵੀ ਪਾਣਾ ਨਾ, ਧਾਗਾ ਵੀ ਪਾਣਾ, ਉਦੋਂ ਵੀ ਰਾਮ ਰਾਮ ਜਪਣਾ, ਉੱਠਣਾ ਉਦੋਂ ਵੀ ਰਾਮ, ਚੱਲਣਾ ਉਦੋਂ ਵੀ ਰਾਮ। ਬੇਠਾ ਉਠਤ ਬੈਠਤ ਸੋਵਤ ਨਾਮ, ਇਹ ਹੈ ਕਬੀਰ ਸਾਹਿਬ ਦਾ ਵਿਵਹਾਰ। ਸ੍ਰੀ ਮੁਖ ਬਾਕ ਕਬੀਰ ਜੈਸੀ ਉਪਜੀ ਪੇੜਤੈ, ਜੋ ਤੈਸੀ ਨਿਭੈ ਓੜਾ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਹੁਣ ਕਬੀਰ ਸਾਹਿਬ ਦਾ ਇਹ ਸ਼ਲੋਕ ਸੁਣਾ ਰਹੇ ਹਨ। ਐ ਬੇਟਾ ਸੁਣ, ਜਿਵੇਂ ਕੋਈ ਦਰਖਤ ਵਿੱਚੋਂ ਨਵੀਆਂ ਸ਼ਾਖਾਵਾਂ ਆਉਂਦੀਆਂ ਨਾ, ਉਹ ਸ਼ਾਖਾਵਾਂ ਵੈਸੀ ਨਹੀਂ ਰਹਿੰਦੀਆਂ। ਜਿਹੜੇ ਕੋਮਲ ਪੱਤੇ ਹੁੰਦੇ ਸ਼ੁਰੂ ਵਿੱਚ ਖਾਲਸਾ ਜੀ ਉਹ ਬਹੁਤ ਮੁਲਾਇਮ ਹੁੰਦੇ ਹਨ। ਜਦੋਂ ਅੱਗੇ ਵਧੀ ਜਾਂਦੇ ਖਾਲਸਾ ਜੀ ਫਿਰ ਉਹਨਾਂ ਰੰਗ ਬਦਲ ਜਾਂਦਾ ਹੈ। ਕਈ ਤਰ੍ਹਾਂ ਦੇ ਖਾਲਸਾ ਜੀ ਉਹ ਉਤਾਰ ਚੜਾਉਂਦੇ ਹਨ। ਇਸੇ ਤਰ੍ਹਾਂ ਜਿਵੇਂ ਦਾ ਕੋਈ ਮਨੁੱਖ ਪੈਦਾ ਹੋਇਆ ਮਾਂ ਦੇ ਉਦਰ ਤੋਂ, ਜੇ ਛੋਟਾ ਬੱਚਾ ਹੈ ਉਹਨੂੰ ਕੋਈ ਮਾਇਆ ਦਾ ਰੰਗ ਨਹੀਂ ਲੱਗਿਆ, ਪਰ ਜਿਵੇਂ ਵੱਡਾ ਹੋਈ ਜਾ ਰਿਹਾ ਹੈ ਰੰਗ ਲੱਗੀ ਜਾ ਰਿਹਾ ਮਾਇਆ ਦਾ। ਪਹਿਲਾ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਉਹ ਰੰਗ ਲੱਗੀ ਜਾ ਰਿਹਾ। ਪਰ ਕਬੀਰ ਸਾਹਿਬ ਕਹਿੰਦੇ ਕਿ ਜਿਵੇਂ ਦਾ ਬੱਚਾ ਪੈਦਾ ਹੋਇਆ, ਮਾਂ ਦੇ ਗਰਭ ਅਵਸਥਾ ਸੀ ਉਹਦੀ, ਉੱਥੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਦਾ ਜਾਪ ਕਰੀ ਜਾ ਰਿਹਾ ਸੀ। ਪਰ ਜਦੋਂ ਮਾਂ ਦੇ ਗਰਭ ਵਿੱਚੋਂ ਬਾਹਰ ਆਇਆ, ਵਿੱਚੋਂ ਗਰਭੈ ਨਿਕਲ ਆਇਆ, ਕਸਮ ਵਿਸਾਰ ਦੁਨੀ ਚਿਤ ਲਾਇਆ। ਪਰ ਉੱਥੇ ਵੀ ਉਹ ਜਪੀ ਜਾਵੇ ਵਾਹਿਗੁਰੂ। ਇੱਥੇ ਆ ਕੇ ਵੀ ਦੁਨੀਆ ਵਿੱਚ ਉਹੀ ਰੰਗ ਰਵੇ, ਉਹ ਰੰਗ ਨਾ ਭੁੱਲੇ। ਜਨਮ ਤੋਂ ਲੈ ਕੇ ਅਖੀਰ ਤੱਕ ਜੇ ਇਹ ਰੰਗ ਲੱਗਿਆ ਹੋਇਆ ਹੈ। ਹੀਰਾ ਕਿਸ ਕਾ ਬਾਪੁਰਾ, ਪੁੱਜੈ ਨਾ ਰਤਨ ਕਰੋੜ। ਕਬੀਰ ਸਾਹਿਬ ਜੀ ਫਰਮਾਨ ਕਰਦੇ ਹੀਰਾ ਵੀ ਇਸੇ ਤਰ੍ਹਾਂ ਹੈ। ਹੀਰੇ ਦਾ ਵੀ ਰੰਗ ਨਹੀਂ ਬਦਲਦਾ ਖਾਲਸਾ ਜੀ, ਭਾਵੇਂ ਕਿੰਨਾ ਮਰਜ਼ੀ ਤਰਾਸ਼ ਲੋ ਉਹਨੂੰ, ਜੋ ਮਰਜ਼ੀ ਕਰ ਲੋ, ਹੀਰਾ ਹੀਰਾ ਹੀ ਰਹਿੰਦਾ ਹੈ, ਉਹਦਾ ਰੰਗ ਨਹੀਂ ਬਦਲਦਾ। ਆਮ ਪੱਥਰਾਂ ਦੇ ਰੰਗ ਬਦਲ ਜਾਂਦੇ ਹਨ, ਅੱਜ ਹੋਰ ਕੱਲ ਹੋਰ। ਤੇ ਇਹ ਜਿਹੜਾ ਗੁਰੂ ਕਾ ਪਿਆਰਾ ਜਿਹਦਾ ਜੀਵਨ ਪਹਿਲਾਂ ਵੀ ਉਹੀ ਸੀ, ਹੁਣ ਵੀ ਉਹੀ, ਅੱਗੇ ਵੀ ਉਹੀ ਰਹੇਗਾ, ਤੇ ਉਹਦੀ ਬਰਾਬਰੀ ਹੀਰਾ ਵੀ ਨਹੀਂ ਕਰ ਸਕਦਾ। ਕਰੋੜਾਂ ਹੀਰੇ ਆ ਜਾਣ, ਪੁਜੈ ਨਾ ਰਤਨ ਕਰੋੜ, ਕਰੋੜਾਂ ਰਤਨ ਹੀਰੇ ਉਹਦੇ ਜੀਵਨ ਦੀ ਬਰਾਬਰੀ ਨਹੀਂ ਕਰ ਸਕਦੇ। ਧੰਨ ਉਹ ਗੁਰੂ ਕਾ ਪਿਆਰਾ ਗ੍ਰਸਤੀ ਹੈ, ਜੋ ਰੰਗ ਉਹਨੂੰ ਪਹਿਲੇ ਲੱਗਿਆ ਹੁਣ ਵੀ ਲੱਗਿਆ ਰਵੇ। ਚੌਪਈ ਸੁਨ ਕਰ ਨੰਦ ਸਿੰਘ ਕਰ ਜੋਰੇ। ਜਦੋਂ ਭਾਈ ਨੰਦ ਸਿੰਘ ਨੇ ਸੁਣਿਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਕਲਗੀ ਧਰ ਕੇ ਚਰਨ ਨੇ ਹੋਰੇ। ਫਟਾਫਟ ਉਹਨੇ ਕਲਗੀ ਧਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਦੀਨ ਹੋਏ ਅਨੁਸਾਰ ਬਖਾਨਿਓ। ਤੇ ਨਿਮਰਤਾ ਵਿੱਚ ਆ ਕੇ ਗੁਰੂ ਬਾਣੀ ਅਨੁਸਾਰ, ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਕਹਿਣ ਲੱਗਾ, ਆਪ ਮੈਂ ਬਚਨ ਆਪ ਕੋ ਮਾਨਿਓ। ਮਹਾਰਾਜ ਤੁਹਾਡੀ ਬਾਣੀ ਵੀ ਇਹੀ ਆਖਦੀ ਹੈ, ਤੁਸੀਂ ਵੀ ਇਹੀ ਆਖਦੇ ਹੋ ਮਹਾਰਾਜ, ਹੁਣ ਮੈਂ ਤੁਹਾਡਾ ਬਚਨ ਜ਼ਰੂਰ ਮੰਨ ਰਿਹਾ ਹਾਂ। ਸਿੱਖ ਆਪ ਕੋ ਆਪ ਮਨ ਭਾਵੈ। ਮਹਾਰਾਜ ਤੁਹਾਡੀ ਸਿੱਖੀ ਮੈਨੂੰ ਚੰਗੀ ਲੱਗਦੀ ਹੈ। ਤੁਹਾਡੀ ਸਿੱਖੀ ਉਹ ਹੈ ਸਭ ਗ੍ਰਸਤੀਆਂ ਦੀ, ਮਹਾਂਪੁਰਸ਼ਾਂ ਦੀ ਹੈ ਪਾਤਸ਼ਾਹ। ਤੁਹਾਡੀ ਸਿੱਖੀ ਵਿੱਚ ਜਿਹੜੇ ਗ੍ਰਸਤੀ ਵੀ ਹਨ ਉਹ ਵੀ ਪੂਰੇ ਹਨ, ਜਿਹੜੇ ਬਿਹੰਗਮ ਪੁਰਸ਼ ਹਨ ਜਿਨ੍ਹਾਂ ਨੇ ਵਿਆਹ ਵੀ ਨਹੀਂ ਕਰਾਇਆ ਉਹ ਵੀ ਧੰਨ ਹਨ ਮਹਾਰਾਜ। ਬਾਬਾ ਦੀਪ ਸਿੰਘ ਜੀ ਮਹਾਰਾਜ ਇਹ ਵੀ ਧੰਨ ਹਨ, ਭਾਈ ਮਨੀ ਸਿੰਘ ਜੀ ਵੀ ਇਹ ਵੀ ਧੰਨ ਹਨ। ਉਹੇ ਢਿੱਗ ਗ੍ਰਸਤ ਹੋਣ ਬਨ ਆਵੇ। ਪਰ ਮਹਾਰਾਜ ਮੈਂ ਤਾਂ ਗ੍ਰਸਤੀ ਬਣਾਂਗਾ ਇਹੀ ਚੰਗਾ ਹੈ ਮਹਾਰਾਜ, ਮੇਰੇ ਲਈ ਤਾਂ ਪਾਸਾ ਗ੍ਰਸਤ ਧਰਮ ਹੀ ਪ੍ਰਵੇਸ਼ ਹੈ,
ਇਹੀ ਸ੍ਰੇਸ਼ਟ ਹੈ, ਇਹੀ ਚੰਗਾ ਹੈ। ਮਨ ਬਿਰਕਤ ਰਹਿ ਤਉ ਕਨੇਰਾ। ਸਤਿਗੁਰ ਜੀ ਬੜਾ ਸਮਾਂ ਹੋ ਗਿਆ, ਕਈ ਮਹੀਨੇ ਹੋ ਗਏ, ਮੇਰਾ ਮਨ ਬਿਰਕਤ ਰਿਹਾ ਕਿ ਸਭ ਤੋਂ ਦੂਰ ਰਹਿਣਾ, ਸਭ ਤੋਂ ਪਰੇ ਰਹਿਣਾ, ਮਾਇਆ ਦੇ ਮੋਹ ਤੋਂ ਦੂਰ ਰਹਿਣਾ, ਇਹ ਮਨ ਦੀ ਬਿਰਤੀ ਸੀ। ਸਿਥਲ ਅੰਗ ਆਲਸ ਬਹੁ ਤੇਰਾ। ਪਰ ਪਾਤਸ਼ਾਹ ਇਸ ਕਰਕੇ ਹੁਣ ਅੰਗ ਸਿਥਲ ਹੋ ਗਏ ਹਨ, ਕਿਸੇ ਕੰਮ ਵਾਸਤੇ ਨਹੀਂ ਰਹੇ। ਬੜੀ ਆਲਸ ਆਉਂਦੀ ਹੈ ਪਾਤਸ਼ਾਹ, ਬੇਹੰਗਮ ਬਣ ਤਾਂ ਗਿਆ ਪਰ ਪਾਤਸ਼ਾਹ ਤੁਹਾਡੀ ਸੇਵਾ ਨਹੀਂ ਕਰ ਰਿਹਾ, ਬਹੁਤ ਆਲਸ ਆਉਂਦੀ ਹੈ। ਬਨ ਆਵੇਗੀ ਮੁਝ ਤੇ ਜੇਤੀ। ਦੱਸੋ ਪਾਤਸ਼ਾਹ ਮੈਂ ਆਲਸੀ ਬਣ ਗਿਆ ਹਾਂ, ਮੇਰੇ ਹੱਥ ਪੈਰ ਮਹਾਰਾਜ ਹੁਣ ਸਿਥਲ ਹੋ ਗਏ ਹਨ, ਜਿਤਨੀ ਸੇਵਾ ਮੇਰੇ ਤੋਂ ਹੋਵੇਗੀ ਮੈਂ ਉਤਨੀ ਕਰ ਸਕਦਾ, ਹੁਕਮ ਕਰੋ ਪਾਤਸ਼ਾਹ, ਕਰ ਲਵਾਂ ਤੇ ਭਲਾ ਹੈ। ਕਰੋ ਸੇਵਾ ਸਿੱਖਣ ਕੀ ਤੇਤੀ। ਸਤਿਗੁਰ ਜਿਤਨੀ ਸੇਵਾ ਹੋਵੇਗੀ ਸਰੀਰ ਤੋਂ, ਉਤਨੀ ਤੁਹਾਡੇ ਗੁਰਸਿੱਖਾਂ ਦੀ, ਅਤਿਥੀਆਂ ਦੀ, ਮਹਿਮਾਨਾਂ ਦੀ, ਮਹਾਂਪੁਰਸ਼ਾਂ ਦੀ, ਸੰਤਾਂ ਦੀ ਸੇਵਾ ਕਰਾਂਗਾ। ਸੁਨੋ ਸੁਭਾਵ ਆਲਸੀ ਜਬੈ। ਸੁਣੋ ਪਾਤਸ਼ਾਹ, ਜਦ ਤੋਂ ਮੇਰਾ ਆਲਸੀ ਸੁਭਾਅ ਬਣਿਆ ਹੈ। ਬੋਲੇ ਦਇਆ ਸਿੰਧ ਹੱਸ ਤਬੈ। ਜਦੋਂ ਉਹਨੇ ਇਸ ਤਰ੍ਹਾਂ ਆਖਿਆ ਨਾ, ਪਾਤਸ਼ਾਹ ਨੇ ਸੁਣਿਆ ਇਹ ਤਾਂ ਆਲਸੀ ਸੁਭਾਅ ਹੈ, ਤੇ ਮਹਾਰਾਜ ਉਹਦੀ ਇਹ ਬੇਨਤੀ ਸੁਣ ਕੇ ਕਹਿਣ ਲੱਗੇ, ਗੁਰ ਹਜੂਰ ਕੀ ਟਹਿਲ ਕਰਿਆ ਕਰ। ਸਤਿਗੁਰ ਕਹਿਣ ਲੱਗੇ ਫਿਕਰ ਨਾ ਕਰ, ਤੇਰਾ ਆਲਸ ਪੂਣਾ ਠੀਕ ਹੋ ਜਾਵੇਗਾ, ਤੂੰ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਰਹਿ ਕੇ ਗੁਰੂ ਘਰ ਦੀ ਸੇਵਾ ਕਰਿਆ ਕਰ। ਜੇ ਤਿਕ ਭਾਰ ਪਰੇ ਹੋਏ ਤੁਵ ਸਿਰ। ਜਿਤਨਾ ਭਾਰ ਤੇਰੇ ਸਿਰ ਤੇ ਪਵੇਗਾ, ਭਾਵ ਜਿਤਨਾ ਤੈਨੂੰ ਦੁੱਖ ਆਵੇਗਾ, ਲੈ ਹੈ ਬਾਟ ਗੁਰੂ ਕੇ ਸੋਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸੇਵਾ ਕਰਿਆ ਕਰ, ਦੁੱਖ ਅਸੀਂ ਵੰਡ ਲਵਾਂਗੇ ਤੇਰਾ। ਜਿਸਕੇ ਸਿਰ ऊपर तू स्वामी, सो दुख कैसा पावे। बोल न जाने माया मद माता, मरना चीत न आवे। मेरे राम राय तू संता का संत तेरे, तेरे सेवक को भौ किछ नाही, जम नहीं आवे नेरे। फिक्र ना कर गुरसिखा, जितना तेरा दुख है ना असी वंड लवांगे, असी अद्धा हिस्सा आपे कर लवांगे, भाव तैनू कोई दुख नहीं आवेगा। कारज घर को थुरे ना कोई। तेरे घर दा कोई भी काम थुड़ेगा नहीं, भाव घर विच कदी गरीबी नहीं आवेगी, कोई दुख नहीं आवेगा, कोई रोग नहीं आवेगा, चढ़दी कला रवेगी। जन्म पूर्व लो हमरो जबै। सुन हुण प्यारिया तैनू आलस क्यों आई, आखो सतनाम। श्री वाहिगुरू। पातशाह दसन लगे, सुन भाई ਇਹ ਬਹੁਤ ਪੁਰਾਤਨ ਵਾਰਤਾ ਹੈ। ਜਦੋਂ ਸਾਡਾ ਪਹਿਲਾ ਜਨਮ ਭਾਵ ਅਸੀਂ ਮਹਾਤਮਾ ਸਾਧੂ ਸੀ, ਅਸੀਂ ਵੀ ਸਾਧਨਾ ਕਰਨ ਵਾਲੇ ਸੀ। ਆਸੂ ਕੀ ਸੇਵਾ ਕਰਤ ਤੂੰ ਤਬੈ। ਤੇ ਇਹ ਵਾਰਤਾ ਦੱਸਦੇ ਹਨ ਮਹਾਂਪੁਰਸ਼ ਵਿਦਵਾਨ ਜਨ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਖਾਲਸਾ, ਜਿੱਥੇ ਸੱਚਖੰਡ ਹਜੂਰ ਸਾਹਿਬ ਹੈ ਨਾ, ਗੁਰਦੁਆਰਾ ਨਗੀਨਾ ਘਾਟ, ਉਹਦੇ ਸਾਹਮਣੇ ਬੁੰਗਾ ਹੈ, ਸਰਵਲੋ ਬੁੰਗਾ ਖਾਲਸਾ ਜੀ। ਗੁਰੂ ਕਲਗੀਧਰ ਪਾਤਸ਼ਾਹ ਕਹਿ ਲੋ ਬਹੁਤ ਸਮਾਂ, ਕਈ ਯੁੱਗ ਪਹਿਲਾਂ ਪਾਤਸ਼ਾਹ, ਉਹ ਤਾਂ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਤਾਂ ਅਕਾਲ ਪੁਰਖ ਪਰਮਾਤਮਾ ਰੂ, ਵੱਖ-ਵੱਖ ਸਰੀਰ ਧਰ ਕਦੋਂ ਮਰਜੀ ਆ ਜਾਣ ਖਾਲਸਾ ਜੀ। ਪਾਤਸ਼ਾਹ ਕਹਿਣਗੇ ਉਦੋਂ ਸਾਡਾ ਸਮਾਂ ਸੁਣ, ਤੇ ਉਦੋਂ ਸਾਡੇ ਘੋੜੇ ਦੀ ਤੂੰ ਸੇਵਾ ਕਰਦਾ ਸੀ। ਮੰਡੂ ਨਾਮ ਤੋਹੇ ਤਿਸ ਕਾਲਾ। ਤੇ ਤੇਰਾ ਨਾਮ ਉਸ ਵੇਲੇ ਮੰਡੂ ਸੀ। ਹਮ ਬੋਲੇ ਨਿਸਮੈ ਤੁਵ ਨਾਲਾ। ਰਾਤ ਦਾ ਸਮਾਂ, ਇੱਕ ਰਾਤ ਅਸੀਂ ਤੁਹਾਨੂੰ ਆਖਿਆ ਸੀ, ਰਾਖੁ ਤਰੰਗਣ ਕੀ ਸੁਧ ਆਛੇ। ਐ ਮੰਡੂ ਘੋੜਿਆਂ ਦੀ ਚੰਗੀ ਸੇਵਾ ਕਰੀ, ਦੇਖਭਾਲ ਕਰੀ ਘੋੜਿਆਂ ਦੀ। ਤੀਜੇ ਸਕਲ ਜਥਾ ਚਿਤ ਬਾਂਛੇ। ਘੋੜੇ ਦਾਣਾ ਪੱਟਣ ਜੋ ਮੰਗੇ, ਦਾਣਾ ਪੱਠੇ ਮੰਗਦੇ, ਪੱਠਾ ਪਾਈ ਉਹਨਾਂ ਨੂੰ, ਦਾਣੇ ਪਾਈ, ਪਾਣੀ ਇਹਨਾਂ ਨੂੰ ਪਾਣੀ ਵੀ ਪਿਆ ਦਈ। ਸੁਣਤ ਬਾਕ ਤੁਮ ਝੂਠ ਉਚਾਰਾ। ਤੇ ਸਾਡੇ ਬਚਨ ਸੁਣ ਕੇ ਐ ਮੰਡੂ ਤੂੰ ਐਵੇਂ ਕਹਿ ਛੱਡਿਆ, ਝੂਠ ਮੂਠ ਹੀ ਕਹਿ ਛੱਡਿਆ। ਦਾਨਾ ਘਾਸ ਬਹੁਤ ਮੈਂ ਡਾਰਾ। ਤੂੰ ਝੂਠ ਹੀ ਬੋਲਿਆ ਸਾਡੇ ਨਾਲ, ਕਿਹਾ ਵੀ ਮਹਾਰਾਜ ਮੈਂ ਦਾਣਾ ਪੂਰਾ ਪਾ ਦਿੱਤਾ ਇਹਨੂੰ,
ਇਹਨਾਂ ਨੂੰ ਘਾਹ ਪਾ ਦਿੱਤਾ ਹੈ, ਪਾਣੀ ਪਿਆ ਦਿੱਤਾ ਹੈ। ਆਗੇ ਧਰਿਓ ਸੁਧਾਰ ਕਨੇਰਾ। ਤੇ ਤੂੰ ਆਖਿਆ ਮਹਾਰਾਜ ਚੰਗੀ ਤਰ੍ਹਾਂ ਮੈਂ ਇਹਨਾਂ ਘੋੜਿਆਂ ਦੇ ਅੱਗੇ ਦਾਣਾ ਪਾਇਆ ਹੈ, ਪੱਠਾ ਪਾਇਆ ਹੈ, ਦਾਣੇ ਘਾਹ ਪੱਠੇ ਪਾਏ ਹਨ ਤੇ ਪਾਣੀ ਪਿਆ ਛੱਡਿਆ ਇਹਨਾਂ ਨੂੰ। ਲੱਖ ਊਰੋ ਤੁਝ ਕੋ ਤਿਸ ਬੇਰਾ। ਪਰ ਐ ਭਾਈ ਮੰਡੂ ਉਸ ਵੇਲੇ ਤੈਨੂੰ ਝੂਠਾ ਜਾਣ ਕੇ ਅਸੀਂ ਬਚਨ ਕੀਤਾ। ਅਮਰੋ ਬਚ ਨਿਕਸਿਓ ਇਮ ਤਾਬੈ। ਰੱਬ ਨੇ ਆਪ ਹੀ ਸਾਡੇ ਮੁਖਾਰ ਬਿਨ ਤੋਂ ਬਚਨ ਕਢਾਇਆ। ਕਹੋ ਦਰਿਦਰੀਆ ਘਰ ਕਿਮ ਨਿਭੈ। ਉਹ ਬਚਨ ਨਿਕਲਿਆ 10 ਦਲਿਦਰੀਆ, ਉਹ ਐਵੇਂ ਆਲਸੀਆ ਤੇਰਾ ਘਰ ਕਿਵੇਂ ਨਿਭੇਗਾ? ਜਿਹੜਾ ਇੱਥੇ ਆਲਸੀ ਬਣਿਆ ਫਿਰਦਾ, ਗੁਰੂ ਘਰ ਦੀ ਸੇਵਾ ਨਹੀਂ ਕਰਦਾ ਤੇ ਘਰ ਜਾ ਕੇ ਵੀ ਤਾਂ ਆਲਸੀ ਬਣਿਆ, ਤੂੰ ਘਰ ਦਾ ਵਿਵਹਾਰ ਕਿਵੇਂ ਚਲਾਵੇਗਾ? ਨਿਕਟ ਤਰੰਗ ਕੀ ਸੁਧ ਨਹਿ ਲਈ। ਜਿਹੜੇ ਤੇਰੇ ਕੋਲ ਘੋੜੇ ਹਨ, ਤੂੰ ਘੋੜਿਆਂ ਦੀ ਸੇਵਾ ਨਹੀਂ ਕਰਦਾ ਪਿਆ। ਪੁੰਨ ਦਰੋਗ ਹਮ ਸੋ ਕਹਿ ਦਈ। ਤੇ ਫਿਰ ਤੂੰ ਥੋੜਾ ਨਿਮਰਤਾ ਵਿੱਚ ਆ ਕੇ ਸਾਨੂੰ ਬੇਨਤੀ ਕੀਤੀ। ਇਮ ਸੁਨ ਕਰ ਬੋਲਿਓ ਤੈ ਰੋਏ। ਤੇ ਤੂੰ ਅੱਖਾਂ ਚੋਂ ਹੰਝੂ ਕੱਢ ਕੇ ਰੋਣ ਲਗਾ। ਕਰੀ ਪੁਕਾਰ ਦੀਨ ਸੁਰ ਹੋਏ। ਨਿਮਰਤਾ ਵਿੱਚ ਆ ਕੇ ਸਾਨੂੰ ਬੇਨਤੀ ਕੀਤੀ। ਫਿਰਤ ਗਰੀਬ ਨਿਵਾਜ ਤੁਮਾਰਾ। ਤੇ ਤੇਰੀ ਬੇਨਤੀ ਹੈ ਕਿ ਮਹਾਰਾਜ ਤੁਹਾਡਾ ਬਿਰਧ ਹੈ ਗੁਰੂ ਗਰੀਬ ਨਿਵਾਜ, ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਮੈਂ ਗਰੀਬ ਇਮ ਕਹਿ ਕਿਮ ਮਾਰਾ। ਤੇ ਮਹਾਰਾਜ ਮੈਂ ਗਰੀਬ ਹਾਂ, ਤੁਸੀਂ ਮੈਨੂੰ ਇਹ ਬਚਨ ਕਿਹਾ, ਇਸ ਕਰਕੇ ਮਹਾਰਾਜ ਮੈਂ ਤਾਂ ਮਾਰੀ ਗਿਆ ਤੇ ਪਾਤਸ਼ਾਹ ਮੇਰਾ ਅਗਲਾ ਜਨਮ ਵੀ ਹੋਵੇਗਾ ਤੇ ਮੈਂ ਦਲਿਦਰੀ ਹੋਵਾਂਗਾ, ਆਲਸੀ ਬਣਾਂਗਾ। ਪਾਤਸ਼ਾਹ ਕਿਰਪਾ ਕਰੋ, ਮਾਫ ਕਰੋ ਜੀ। ਕਰਿਓ ਰਹਿਓ ਰਾਵਰ ਕੀ ਸਰਨੀ। ਤੇ ਇਸ ਤਰ੍ਹਾਂ ਐ ਤੂੰ ਬਚਨ ਕੀਤਾ ਕਿ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਪਿਆ ਰਵਾਂਗਾ, ਜਦ ਤੱਕ ਮਾਫ ਨਹੀਂ ਕਰੋਗੇ ਪਾਤਸ਼ਾਹ ਤੁਹਾਡੇ ਚਰਨ ਨਹੀਂ ਛੱਡਾਂਗਾ। ਚਾਹੋ ਜਮਾਦਿਕ ਪੀਰਾ ਹਰਨੀ। ਸਤਿਗੁਰੂ ਜੀ ਮੈਂ ਜਮ ਆਦਿਕ ਦੀ ਜਿਹੜੀ ਪੀੜਾ ਹੈ ਨਾ, ਦੁੱਖ ਹੈ, ਉਹ ਦੁੱਖ ਦੂਰ ਕਰਨਾ ਚਾਹੁੰਦਾ ਹਾਂ। ਇਸ ਪ੍ਰਕਾਰ ਜਬ ਬਿਨੈ ਸੁਨਾਈ। ਐ ਮੰਡੂ ਜਦੋਂ ਤੂੰ ਸਾਡੇ ਚਰਨਾਂ 'ਚ ਇਸ ਤਰ੍ਹਾਂ ਬੇਨਤੀ ਕੀਤੀ, ਅਮਰੇ ਹਿਰਦੇ ਦਇਆ ਤਬ ਆਈ। ਉਸ ਵੇਲੇ ਸਾਡੇ ਮਨ ਵਿੱਚ ਦਇਆ ਭਾਵਨਾ ਆ ਗਈ। ਕਿਸੀ ਰੀਤ ਕੋ ਕਾਰਜ ਪਰੈ। ਤੇ ਫਿਰ ਅਸੀਂ ਬਚਨ ਕੀਤਾ ਵੀ ਜਿਹੜਾ ਵੀ ਤੈਨੂੰ ਕੋਈ ਕਾਰਜ ਪਵੇਗਾ ਹਮ ਸਹਾਇਤਾ ਤੇਰੀ ਕਰੈ। ਅਸੀਂ ਤੇਰੀ ਸਹਾਇਤਾ ਜ਼ਰੂਰ ਕਰਾਂਗੇ। ਕਲਯੁਗ ਪ੍ਰਥਮ ਚੌਂਕੜੀ ਕੇਰਾ। ਜਦੋਂ ਕਲਯੁਗ ਪ੍ਰਥਮ ਚੌਂਕੜੀ ਦੀ ਪਹਿਲੀ ਚੌਂਕੜੀ ਬਤੀਤ ਹੋਵੇਗੀ 1500 ਸਾਲ ਦੀ। ਪਰਤਿਓ ਭੀਖਨ ਪਾਪ ਵਡੇਰਾ। ਤੇ ਦੁਨੀਆ ਵਿੱਚ ਹਾਹਾਕਾਰ ਮਚ ਜਾਵੇਗੀ, ਬਹੁਤ ਪਾਪ ਮਚ ਜਾਵੇਗਾ। ਰਾਖ ਬੇਹੇਤ ਧਰਮ ਕੋ ਜਗ ਮੈਂ। ਉਦੋਂ ਧਰਮ ਦੀ ਰੱਖਿਆ ਕਰਨ ਲਈ ਗੁਰੂ ਨਾਨਕ ਮਹਾਰਾਜ ਆਪ कल के सब दुख निवारण को भवतारण को जग भीतर आए। गुरु नानक महाराज जी नर न चलावन को शुभ मग में। दुनिया नू सीधे रस्ते पाण वास्ते गुरु रूप धारियो अवतार। धन गुरु नानक महाराज आप नारायण कला धार जग में परवरियो। निरंकार आकार जोत जग मंडल करियो। ऐसे गुरु नानक बादशाह जी गुरु रूप धार के आए। बरख हजारों तन तप धार। ते हजारां बरख तप धार के जड़ा साधना भी करदा होवे। सो मंडू तै एह तन पायो। ते मंडू तू कई हजारां साल साधना कीती ते ओ हजारां साल साधना करके हुण साडा सेवादार बनिया है। भाव तैनूं आनंद तां आया है ते इस करके मंडू ਹੁਣ ਤੂੰ ਸਾਡੇ ਚਰਨਾਂ ਵਿੱਚ ਆ ਗਿਆ ਹੈ। ਨਹਿ ਆਲਸ ਤੇ ਜਾਏ ਕਮਾਇਓ। ਤੇ ਇਹ ਜਿਹੜਾ ਸਰੀਰ ਹੈ ਗੁਰੂ ਘਰ ਦੀ ਸੇਵਾ ਹੈ ਨਾ, ਆਲਸ ਕਰਕੇ ਨਹੀਂ ਹੁੰਦੀ। ਤਿਆਰ ਬਰ ਤਿਆਰ ਰਹਿ, ਬਿਲਕੁਲ ਐਵੇਂ ਤਿਆਰ ਬਰ ਤਿਆਰ। ਸਤ ਬਚਨ ਸਾਧੂ ਉਪਦੇਸ਼ ਕਹਿ ਤੇ ਚੜ੍ਹਦੀ ਕਲਾ ਹੋਵੇਗੀ। ਆਪ ਤੋਂ ਰਹੀਏ ਨਿਕਟ ਹਮਾਰੇ। ਤੇ ਹੁਣ ਤੂੰ ਸਾਡੇ ਕੋਲ ਹੀ ਰਹਿ ਕੇ ਸੇਵਾ ਕਰ। ਕਰੇ ਨਿਭਾਹਣ ਸਰਬ ਪ੍ਰਕਾਰੇ। ਤੇ ਬਾਕੀ ਤੇਰੀ ਸਾਰੀ ਸੇਵਾ ਅਸੀਂ ਆਪੇ ਕਰਾ ਲਵਾਂਗੇ। ਭਾਵ ਤੈਨੂੰ ਜੋ ਲੋੜ ਹੋਵੇਗੀ ਅਸੀਂ ਦਵਾਂਗੇ। ਇਸਤਰੀ ਆਨ ਸਦਨ ਮੈਂ ਬਾਸੋ। ਤੇ ਆਪਣੀ ਘਰ ਵਾਲੀ ਵੀ ਸਾਡੇ ਕੋਲ ਇੱਥੇ ਰੱਖ, ਤੈਨੂੰ ਕਮਰਾ ਦਵਾਂਗੇ। ਇੱਥੇ ਦੋਵੇਂ ਪਰਿਵਾਰ ਦੇ ਜੀ ਰਹਿਣਾ। ਕਿਸੂ ਰੀਤ
ਤੇ ਨੈ ਮਨ ਤਰਾਸੋ। ਤੇ ਡਰੀ ਨਾ ਕਿਸੇ ਕੰਮ ਕਰਕੇ, ਬਸ ਸੇਵਾ ਕਰੀ ਜਾ, ਰੱਬ ਦਾ ਭਜਨ ਕਰੀ ਜਾ। ਗੁਰ ਸਹਾਏ ਇਮ ਨਿਸਚਾ ਜਿਨ ਕੋ। ਜਿਨ੍ਹਾਂ ਨੂੰ ਭਰੋਸਾ ਹੈ ਕਿ ਮੇਰੇ ਸਹਾਇਤਾ ਕਰਨ ਵਾਲੇ ਗੁਰੂ ਹਨ, ਉਹ ਡੋਲਦੇ ਨਹੀਂ। ਸਿਮਰੈ ਕਾਰਜ ਥੁਰੇ ਨਾ ਤਿਨ ਕੋ। ਤੇ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੋਵੇ, ਉਹਦਾ ਵਾਲ ਵੀ ਵਿੰਗਾ ਨਹੀਂ ਹੁੰਦਾ, ਕੋਈ ਨੁਕਸਾਨ ਨਹੀਂ ਹੁੰਦਾ। ਹੋ ਮੈਂ ਸਹਾਏ ਤਹਿ ਜਾਈ। ਹਾਂਜੀ, ਹੋਵੋ ਮੈਂ ਸਹਾਏ ਤਹਿ ਤੇ ਜਾਈ। ਉੱਥੇ ਅਸੀਂ ਸਹਾਇਤਾ ਕਰਦੇ ਹਾਂ, ਫਿਕਰ ਨਾ ਕਰੀ, ਬਸ ਉਹ ਫਿਕਰ ਛੱਡ ਦੀ, ਤੇਰੀ ਸਹਾਇਤਾ ਅਸੀਂ ਕਰਾਂਗੇ। ਭੇਟਣ ਕਰੋ ਬਿਗਨ ਸਮਦਾਈ। ਜਿਤਨੇ ਤੈਨੂੰ ਵਿਘਨ ਪੈਣਗੇ ਅਸੀਂ ਦੁਆਪੇ ਦੂਰ ਕਰ ਦਵਾਂਗੇ। ਸੁਨ ਕਰ ਆਨੰਦ ਸਿੰਧ ਮੁੰਦ ਸਾਥਾ। ਤੇ ਇਸ ਤਰ੍ਹਾਂ ਜਦੋਂ ਭਾਈ ਆਨੰਦ ਸਿੰਘ ਨੇ ਸੁਣਿਆ ਖਾਲਸਾ ਜੀ, ਉਹਨੇ ਅੱਖਾਂ ਬੰਦ ਕਰਕੇ ਫਿਰ ਬੇਨਤੀ ਕੀਤੀ। ਗੁਰ ਪੱਗ ਪੰਕਜ ਪਰ ਧਰ ਮਾਥਾ। ਕਹਿਣ ਲੱਗਾ, ਸਤ ਬਚਨ ਮਹਾਰਾਜ ਤੁਹਾਡੇ ਕੋਲ ਰਵਾਂਗਾ, ਤੇ ਗੁਰੂ ਚਰਨਾਂ ਤੇ ਮੱਥਾ ਟੇਕਿਆ। ਸੁਣ ਬਰਤੰਤ ਸਗਰੋ ਬਿਸਮਾਨਿਓ। ਜਦੋਂ ਇਸ ਤਰ੍ਹਾਂ ਇਹ ਬਰਤੰਤ ਸਭ ਨੇ ਸੁਣਿਆ, ਸਾਰੀ ਸੰਗਤ ਨੇ, ਤੇ ਸਾਰੀ ਸੰਗਤ ਬੜੀ ਹੈਰਾਨ ਹੋਈ। ਸਭਾ ਸੰਪੂਰਨ ਆਚਰਜ ਮਾਨਿਓ। ਤੇ ਸਾਰੀ ਸਭਾ ਨੇ ਮੰਨਿਆ ਵੀ ਵਾਹ, ਕਮਾਲ ਦੀ ਗੱਲ ਹੈ। ਇਸ ਤਰ੍ਹਾਂ ਪਾਤਸ਼ਾਹ ਆਪਣੇ ਸੇਵਕਾਂ ਦੀ ਪੈਜ ਆਪ ਰੱਖਦੇ ਹਨ, ਭਾਵੇਂ ਕਈ ਯੁੱਗਾਂ ਦਾ ਹੋਵੇ ਕੋਈ ਸੇਵਾਦਾਰ, ਤੇ ਪਾਤਸ਼ਾਹ ਉਹਦੀ ਬਾਹ ਨਹੀਂ ਛੱਡਦੇ। ਲੱਖ ਨਾ ਲਖੇ ਜਾਹੇ ਗੁਰਦੇਵ। ਐ ਗੁਰੂਦੇਵ ਪ੍ਰਕਾਸ਼ ਰੂਪ ਜੀ, ਤੁਸੀਂ ਅਲੱਖ ਹੋ, ਕਿਸੇ ਤੋਂ ਜਾਣੇ ਨਹੀਂ ਜਾਂਦੇ। ਤਤ ਛਿਨ ਰੀਜੇ ਲੱਖ ਪੀ ਸੇਵਾ। ਤੇ ਮਹਾਰਾਜ ਤੁਸੀਂ ਗੁਰਸਿੱਖਾਂ ਦੀ ਸੇਵਾ ਦੇਖ ਕੇ ਪਾਤਸ਼ਾਹ ਉਸੇ ਵੇਲੇ ਖੁਸ਼ ਹੋ ਜਾਂਦੇ ਹੋ। ਧੰਨ ਬਿਰਦ ਸ੍ਰੀ ਸਤਿਗੁਰ ਕੇਰਾ। ਤੁਹਾਡਾ ਬਿਰਦ ਮਹਾਰਾਜ ਧੰਨ ਹੈ, ਤੁਸੀਂ ਧੰਨ ਹੋ, ਧੰਨ ਹੋ। ਨਰਕ ਨਾ ਪਰਨ ਦੇਤ ਨਿਜ ਚੇਰਾ। ਤੁਸੀਂ ਆਪਣੇ ਸੇਵਕਾਂ ਨੂੰ ਮਹਾਰਾਜ ਨਰਕਾਂ 'ਚ ਨਹੀਂ ਪੈਣ ਦਿੰਦੇ। ਆਨੰਦ ਸਿੰਘ ਤਬ ਲੈ ਨਿਜ ਨਾਰੀ। ਉਸ ਵੇਲੇ ਆਨੰਦ ਸਿੰਘ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਪਸਿਓ ਆਨ ਗੁਰ ਨਗਰ ਮਝਾਰੀ। ਤੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਇੱਥੇ ਰਹਿਣ ਲੱਗਾ। ਕਰੇ ਜਾਏ ਜੇ ਤੱਕ ਸਿੱਖ ਸੇਵਾ। ਜਿਤਨੀ ਸੇਵਾ ਗੁਰਸਿੱਖਾਂ ਦੀ ਹੁੰਦੀ, ਇਸ ਤੋਂ ਉਤਨੀ ਕਰਦਾ ਹੈ। ਤੇ ਤਿਕ ਕਰਤ ਨਿਕਟ ਗੁਰਦੇਵਾ। ਹਮੇਸ਼ਾ ਗੁਰੂ ਪਾਤਸ਼ਾਹ ਦੇ ਕੋਲ ਰਹਿ ਕੇ ਕਦੀ ਪਾਤਸ਼ਾਹ ਦੀ ਸੇਵਾ, ਕਦੀ ਗੁਰਸਿੱਖਾਂ ਦੀ ਸੇਵਾ ਕਰਦਾ ਹੈ। ਸਭ ਪ੍ਰਕਾਰ ਸਤਿਗੁਰੂ ਨਿਭਾਹੀ। ਇਸ ਤਰ੍ਹਾਂ ਸਭ ਤਰ੍ਹਾਂ ਨਾਲ ਮਹਾਰਾਜ ਆਪ ਨਿਭਾਉਂਦੇ ਹਨ। ਸੇਵਾ ਕਰਤ ਰਹਿਓ ਕਰ ਮਾਹੀ। ਤੇ ਇਹ ਆਪਣੇ ਘਰ ਵਿੱਚ ਉੱਥੇ ਹੀ ਅਨੰਦਪੁਰ ਸਾਹਿਬ ਉੱਥੇ ਰਹਿ ਕੇ ਸੇਵਾ ਕਰੀ ਜਾ ਰਿਹਾ ਹੈ। ਸ੍ਰੀ ਮੁਖ ਦਰਸੈ ਬਾਕਨ ਸੁਨੇ। ਤੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ, ਉਹਨਾਂ ਦੀ ਬਾਣੀ ਸੁਣਦਾ ਹੈ, ਬਚਨ ਸੁਣਦਾ ਹੈ। ਵੱਡੇ ਭਾਗ ਪੂਰਬ ਕੇ ਜਿਨ੍ਹਾਂ ਦੇ ਵੱਡੇ ਭਾਗ ਐਸੇ ਭਾਈ ਆਨੰਦ ਸਿੰਘ ਜੀ ਧੰਨ ਹਨ। ਖਾਲਸਾ ਜੀ, ਉਹ ਦੇਖੋ, ਇਹ ਪਾਤਸ਼ਾਹ ਬਾਹ ਨਹੀਂ ਛੱਡਦੇ ਆਪਣੇ, ਭਾਵੇਂ ਕਈ ਯੁੱਗਾਂ ਦਾ ਪਿਆਰਾ ਹੋਵੇ ਮਹਾਰਾਜ ਦਾ ਭਗਤ, ਕਿਸੇ ਯੁੱਗ ਦਾ ਹੋਵੇ, ਪਰ ਜਿਨ੍ਹਾਂ ਦੀ ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਮਹਾਰਾਜ ਬਾਹ ਨਹੀਂ ਛੱਡਦੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਧੰਨ ਹਨ ਖਾਲਸਾ ਜੀਓ। ਆਨੰਦ ਸਾਹਿਬ ਦੀ ਬਾਣੀ ਦਾ ਜਾਪ ਕਰਨ ਵਾਲਾ ਭਾਈ ਆਨੰਦ ਅੱਜ ਖਾਲਸਾ ਜੀ ਅਸਲ ਆਨੰਦ ਵਾਲਾ ਬਣ ਗਿਆ। ਤੇ ਮਹਾਰਾਜ ਜੀ ਨੇ ਦੀ ਬਾਹ ਫੜ ਕੇ ਇਹਨੂੰ ਆਪਣੇ ਚਰਨਾਂ 'ਚ ਲੀਨ ਕੀਤਾ। ਭਾਵ ਜਦੋਂ ਅਖੀਰ ਤੱਕ ਪਾਤਸ਼ਾਹ ਦੇ ਚਰਨਾਂ 'ਚ ਸੇਵਾ ਕਰਦਾ, ਇਹ ਵੀ ਧੰਨ ਹੋ ਗਿਆ, ਇਹਦੀ ਪਤਨੀ ਵੀ ਧੰਨ, ਬੱਚੇ ਵੀ ਧੰਨ, ਸਾਰੇ ਪਰਿਵਾਰ ਦਾ ਬੇੜਾ ਪਾਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਕੀਤਾ। ਤੇ ਕਿਵੇਂ ਮਹਾਰਾਜ ਹੋਰ ਗੁਰਸਿੱਖਾਂ ਦੇ ਬੇੜੇ ਪਾਰ ਕਰ ਰਹੇ ਹਨ, ਉਹ ਵਾਰਤਾ ਆਪ ਜੀ ਖਾਲਸਾ ਜੀਓ ਅਗਲੇ ਪ੍ਰਕਰਨਾਂ ਵਿਖੇ ਸ਼ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਤੋਹੇ ਪਾਰ ਬ੍ਰਹਮ ਅਬਨਾਸੀ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਬੇਕ ਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਕੈ ਸਦਾ ਸੰਗ ਏ ਧਾਰਾਂ ਆਧਾਰ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਕੋਏ ਦੀਜੈ ਨਾਮਦਾਨ ਰਾਖੋ ਹੀਐ ਪਰੋਏ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤਨਹਾਲ ਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਸ਼ਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਸ਼ਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।